ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾकुर ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾਂ। ਪਹਿ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਪਹਿ ਸਾਗਰ ਤਰਿਆ, ਹਰ ਹਰ ਨਾਮ ਧਿਆਏ ਰਾਮ। ਆਨੰਦ ਵਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੇ ਰਾਮ। ਆਪ ਨੜਾਏ ਪ੍ਰਭ ਆਪ ਸ਼ਿੰਗਾਰੀ, ਸ਼ੋਭਾਵੰਤੀ ਨਾਰੇ ਰਾਮ। ਸਹਿਜ ਸੁਭਾਏ ਭਈ ਕਿਰਪਾਲਾ, ਗੁਣ ਅਵਗਣ ਨਾ ਵਿਚਾਰਿਆ। ਕੰਠ ਲਗਾਏ ਲਿਏ ਜਨ ਅਪੁਨੇ, ਰਾਮ ਨਾਮ ਉਰ ਧਾਰਿਆ। ਮਾਨ ਮੋਹ ਮਦ ਸਗਲ ਵਿਆਪੀ, ਕਰ ਕਿਰਪਾ ਆਪ ਨਿਵਾਰੇ। ਕਹੋ ਨਾਨਕ ਪਹਿ ਸਾਗਰ ਤਰਿਆ, ਪੂਰਨ ਕਾਜ ਹਮਾਰੇ। ਗੁਣ ਗੋਪਾਲ ਗਾਵੋ ਨਿਤ ਸਖੀ ਹੋ, ਸਗਲ ਮਨੋਰਥ ਪਾਏ ਰਾਮ। ਸਫਲ ਜਨਮ ਹੋਆ ਮਿਲ ਸਾਧੂ, ਏਕ ਓੰਕਾਰ ਧਿਆਏ ਰਾਮ। ਜਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ। ਬ੍ਰਹਮੋ ਪਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਲ ਥਲ ਮਹੀਲ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ। ਪੇਖ ਦਰਸ਼ਨ ਨਾਨਕ ਬਿਗਸੇ, ਆਪ ਲਏ ਮਿਲਾਏ। ਜਲ ਥਲ ਮਹੀਲ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ। ਪੇਖ ਦਰਸ਼ਨ ਨਾਨਕ ਬਿਗਸੇ, ਆਪ ਲਏ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਦੀ ਅਸੀਂ ਹਾਜ਼ਰੀ ਭਰ ਪਾ ਰਹੇ ਹਾਂ। ਵਡਭਾਗਤਾ ਹੈ। ਗੁਰਬਾਣੀ ਕੀਰਤਨ ਆਪ ਸਰੋਤ ਪਾ ਰਹੇ ਸੀ। ਹੁਣ ਅਗਲੇ ਸਮੇਂ ਵਿੱਚ ਗੁਰੂ ਸ਼ਬਦ ਵਿਆਖਿਆਨ ਹੋਣਾ ਹੈ। ਇਸ ਵਾਸਤੇ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਅਸੀਂ ਕਰ ਰਹੇ ਹਾਂ। ਗੁਰੂ ਅਰਜਨ ਸਾਹਿਬ ਦੁਆਰਾ ਉਚਰਿਤ ਕੀਤਾ ਗਿਆ ਮੁਕਾਮੀ ਸੰਦੇਸ਼ ਸਾਨੂੰ ਪ੍ਰਾਪਤ ਹੈ। ਇਸ ਚੱਲ ਰਹੇ ਛੰਤ ਵਿੱਚੋਂ ਆਪ ਜੀ ਨੇ ਦੇ ਲਾਸਟ ਦੋ ਪਦਿਆਂ ਦਾ ਪਾਠ ਸਰਵਨ ਕੀਤਾ ਹੈ। ਸੋ
ਗਿਣਤੀ ਰੂਪ ਵਿੱਚ ਜੋ ਤੀਸਰਾ ਪਦਾ ਹੈ ਉਸ ਦੀ ਅਸੀਂ ਵਿਚਾਰ ਅੱਜ ਕਰਾਂਗੇ। ਸਭ ਜ਼ਿਕਰ ਕਰ ਰਹੇ ਨੇ ਆਨੰਦ ਵਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੇ ਰਾਮ। ਆਨੰਦ ਵਿਨੋਦ ਅੱਖਰ ਤੇ ਗੁਰਮੁਖੀ ਨੇ, ਪਰ ਜਿਹੜੇ ਜਦੋਂ ਸਾਊਂਡ ਪ੍ਰੋਡਿਊਸ ਕਰਦੇ ਆ, ਜਦੋਂ ਧੁਨ ਪੈਦਾ ਹੁੰਦੀ ਹੈ ਤੇ ਪਤਾ ਲੱਗਦਾ ਹੈ ਇਹ ਅੱਖਰ ਪੰਜਾਬੀ ਨਹੀਂ ਹੈ। ਖਾਸ ਕਰਕੇ ਜਿਵੇਂ ਵਿਨੋਦ ਲਫ਼ਜ਼ ਆ, ਜਿਵੇਂ ਮੰਗਲ ਸਦਾ ਹਮਾਰਾ ਰਾਮ, ਇਹਦੇ 'ਚ ਬ੍ਰਿਜ ਦਾ ਰੰਗ ਹੈ। ਮਤਲਬ ਵੈਸੇ ਤੇ ਸਿਨੋਨਿਮ ਹੀ ਨੇ ਆਨੰਦ ਸ਼ਬਦ ਦੇ ਹੀ, ਵਿਨੋਦ ਵੀ ਮੰਗਲ ਵੀ, ਪਰ ਇਹ ਸਾਰੀਆਂ ਚੀਜ਼ਾਂ ਰਿਪਰੈਜ਼ੈਂਟ ਕਰਦੀਆਂ ਨੇ ਲਾਈਫ ਦੀ ਜੋਏਫੁਲਨੈਸ ਨੂੰ, ਪਲੈਜ਼ਰ ਨੂੰ, ਹੈਪੀਨੈਸ ਨੂੰ, ਜਿਹਨੂੰ ਅਸੀਂ ਕਹਿ ਲਈਏ ਖੁਸ਼ਨੁਮਾ ਅਹਿਸਾਸਾਂ ਦਾ ਇਹ ਸਾਰਾ ਪਟਾਰਾ ਹੈ ਜਿਹੜਾ ਗੁਰੂ ਸਾਹਿਬ ਇਹਦੇ 'ਚ ਬਿਆਨ ਕਰਦੇ ਨੇ। ਹੁਣ ਜੋ ਜ਼ਿਕਰ ਆ ਰਿਹਾ ਹੈ ਆਨੰਦ ਵਿਨੋਦ ਭਏ ਨਿਤ ਸਖੀਏ, ਉਹ ਮੇਰੀ ਸਤਸੰਗੀ ਸਖੀ ਮੇਰੇ ਜੀਵਨ ਵਿੱਚ ਸਦੀਵ ਖਾਲੀ ਖੁਸ਼ੀ ਬਣ ਗਈ ਹੈ। ਤੇ ਖੁਸ਼ੀ ਵੀ ਐਸੀ ਜਿਸ ਨੂੰ ਕੋਈ ਚੀਜ਼ ਮੈਜਰ ਨਹੀਂ ਕਰ ਸਕਦੀ। ਮਤਲਬ ਆਨੰਦ ਵਿਨੋਦ ਤੇ ਮੰਗਲ ਇਹ ਐਸੀਆਂ ਕੈਟੇਗਰੀਜ਼ ਨੇ ਜਿਹਦੇ 'ਚ ਕਿਹਾ ਜਾਏ ਕਿ ਅਨਲਿਮਿਟਿਡ ਪਲੈਜ਼ਰ ਹੈ। ਹੁਣ ਇਸ ਚੀਜ਼ ਨੂੰ ਅਸੀਂ ਦੇਖਦੇ ਹਾਂ, ਬਾਣੀ 'ਚ ਕੁਝ ਸ਼ਬਦ ਮੈਂ ਹੋਰ ਇਹਦੇ ਨਾਲ ਕੋਟ ਕਰ ਦਿੰਦਾ ਕਿਉਂਕਿ ਚੀਜ਼ਾਂ ਕੋਰਿਲੇਟ ਕਰਕੇ ਸਮਝ ਆ ਸਕਦੀਆਂ ਨੇ। ਆਪਨੇ ਸ਼ਬਦ ਬਹੁਤ ਵਾਰੀ ਸੁਣਿਆ ਹੋਣਾ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ। ਹੁਣ ਲੱਖ ਖੁਸ਼ੀਆਂ ਪਾਤਸ਼ਾਹੀਆਂ, ਸੰਸਾਰੀ ਲੋਕ ਤੇ ਛੋਟੀਆਂ ਛੋਟੀਆਂ ਖੁਸ਼ੀਆਂ ਲੱਭ ਰਹੇ ਨੇ ਵੀ ਕੋਈ ਛੋਟੀ ਜਿਹੀ ਖੁਸ਼ੀ ਲੱਭ ਜੇ, ਛੋਟਾ ਜਿਹਾ ਸੁੱਖ ਲੱਭ ਜੇ। ਅਸੀਂ ਸੀਕਰ ਹਾਂ ਇਹਨਾਂ ਚੀਜ਼ਾਂ ਦੇ, ਇਹਦੇ ਲਈ ਅਸੀਂ ਭੱਜੇ ਨੱਠੇ ਫਿਰ ਰਹੇ ਹਾਂ। ਬਾਬਾ ਜੀ ਕਹਿ ਰਹੇ ਨੇ ਕਿ ਇਹ ਤੇ ਕੋਈ ਅੰਤ ਹੀ ਕੋਈ ਨਹੀਂ, ਖੁਸ਼ੀ ਦਾ, ਸਕੂਨ ਦਾ, ਸੁੱਖ ਦਾ, ਇਹ ਕਿੱਥੇ ਕਮੀ ਰਹਿ ਗਈ। ਜੇ ਸਹੀ ਤਰੀਕੇ ਨਾਲ ਦੇਖਿਆ ਜਾਏ ਤੇ ਮਨੁੱਖ ਜਾਂ ਤੇ ਮਨਮੁਖ ਹੋ ਕੇ ਜੀ ਸਕਦਾ ਹੈ। ਜੋ ਸਾਡੀਆਂ ਮਾਨਤਾਵਾਂ, ਮਨੋਤਾਂ, ਖਿਆਲ ਨੇ, ਉਹਨਾਂ ਨੂੰ ਪਕੜਦੇ ਹਾਂ ਅਸੀਂ, ਉਹਨਾਂ ਦੇ ਮਗਰ ਭੱਜਦੇ ਹਾਂ। ਹੁਣ ਮਨੋਵੇਗ ਦੀ, ਮਨੋਦਸ਼ਾ ਦੀ ਹਾਲਤ ਇਹ ਹੈ ਕਿ ਇੱਕ ਨੈਨੋ ਸੈਕਿੰਡ ਦੇ ਵਿੱਚ, ਇੱਕ ਸੈਕਿੰਡ ਦੇ 10ਵੇਂ ਹਿੱਸੇ ਦੇ ਵਿੱਚ ਖਿਆਲਾਂ ਦੇ ਪੁਲੰਦੇ ਬਦਲਦੇ ਨੇ। ਮਨ ਹੁਣ ਕਹਿ ਰਿਹਾ ਸੀਗਾ ਕਿ ਜੇ ਐਵੇਂ ਦਾ ਸੂਟ ਮੈਨੂੰ ਪਾਉਣ ਨੂੰ ਮਿਲ ਜੇ, ਆਈ ਵਿਲ ਬੀ ਹੈਪੀ। ਐਵੇਂ ਦੀ ਕਾਰ ਮੇਰੇ ਕੋਲ ਹੋਏ, ਅਜੇ ਉਹ ਥਾਟ ਪੂਰਾ ਨਹੀਂ ਹੋਇਆ, ਕੋਈ ਹੋਰ ਚੀਜ਼ ਦੇਖ ਕੇ ਫੂਡ ਖਾਈਏ ਫਿਰ ਬੜੀ ਖੁਸ਼ੀ ਮਿਲੇਗੀ, ਅਜੇ ਉਹ ਵੀ ਥਾਟ ਪੂਰਾ ਨਹੀਂ ਹੋਇਆ। ਅਜੀਬ ਤਰ੍ਹਾਂ ਦੀ ਹਾਲਤ ਹੈ। ਮਤਲਬ ਥੋੜ੍ਹੀ ਦੇਰ ਬਾਅਦ ਜਿਹੜੇ ਥਾਟਸ, ਜਿਹੜੇ ਆਈਡੀਆਜ਼ ਇੱਧਰ ਉੱਧਰ ਸੋਚ ਕੇ ਵੇਖ ਕੇ ਖੁਸ਼ ਹੋ ਰਿਹਾ ਸੀਗਾ, ਉਸੇ ਤਰੀਕੇ ਦੇ ਨਾਲ ਥੋੜ੍ਹਾ ਅੱਗੇ ਅੱਗੇ ਵਧਿਆ, ਫਿਰ ਪਤਾ ਲੱਗਾ ਕੀ ਭਟਕ ਰਿਹਾ ਮੈਂ, ਕੀ ਮੈਂ ਇੱਧਰ ਉੱਧਰ ਜਿਹੜਾ ਹੈਗਾ ਮਾਈਂਡ ਵਾਂਡਰਿੰਗ ਹੋ ਰਹੀ ਹੈ। ਹੁਣ ਦੁੱਖ ਹੋ ਗਿਆ, ਅਜੀਬ ਹਾਲਤ ਹੈ। ਸੋ ਇਹ ਸਾਰੀ ਜਿਹੜੀ ਇਹ ਮਿਜ਼ਰੀ ਹੈ, ਇਹਦੇ 'ਚ ਬੰਦਾ ਜੀ ਰਿਹਾ ਹੈ ਤੇ ਫਿਰ ਬੰਦੇ ਨੂੰ ਲੱਗ ਰਿਹਾ ਹੈ, ਕਈ ਲੈਵਲ 'ਤੇ ਬੰਦੇ ਨੂੰ ਲੱਗਣ ਵੀ ਲੱਗ ਜਾਂਦਾ ਹੈ, ਖੁਸ਼ੀ ਹੈ ਕੀ ਹੈ, ਸੁੱਖ ਹੈ ਕੀ ਹੈ। ਜਿਸ ਨੂੰ ਅਸੀਂ ਪੀਸ ਆਫ ਮਾਈਂਡ ਕਹਿੰਦੇ ਹਾਂ, ਐਕਚੁਅਲੀ ਉਹਦੀ ਡੈਫੀਨੇਸ਼ਨ ਕੀ ਹੋਏਗੀ। ਹੁਣ ਜੋ ਇਸ ਤਰੀਕੇਕਾਰਤਾ ਨੂੰ ਦੇਖੀਏ, ਗੁਰੂ ਮਹਾਰਾਜ ਇੱਥੇ ਬਿਆਨ ਕਰ ਰਹੇ ਨੇ, ਆਨੰਦ ਵਿਨੋਦ ਭਏ ਨਿਤ ਸਖੀਏ। ਹੇ ਸਤਸੰਗੀ ਸਖੀ, ਹੁਣ ਤੇ ਸਦਾ ਹੀ ਆਨੰਦ ਤੇ ਵਿਨੋਦ ਬਣ ਗਿਆ। ਹੁਣ ਥੋੜਾ ਅਸੀਂ ਗੁਰੂ ਗ੍ਰੰਥ ਸਾਹਿਬ 'ਚ ਹੋਰ ਕੁਝ ਰੂਪ ਦੇਖਦੇ ਹਾਂ। ਆਪਨੇ ਸ਼ਾਇਦ ਰਾਗੀ ਸਾਹਿਬਾਨ ਜਦੋਂ ਕੀਰਤਨ ਕਰਦੇ ਤੇ ਮੋਸਟਲੀ ਦੀਵਾਨ ਸਮਾਪਤ ਕਰਨ ਲੱਗਿਆ ਕੁਝ ਦੁਹਰਾਓ ਵਿੱਚ ਕਈ ਵਾਰ ਪੌੜੀਆਂ ਪੜ੍ਹਦੇ, ਕੁਝ ਇਹੋ ਜਿਹੇ ਬਚਨ ਪੜ੍ਹ ਦਿੰਦੇ ਜਿਵੇਂ ਵੱਡੀ ਵੱਡਾ ਭਾਰ ਤੇਰਾ ਮਰਤਬਾ, ਰੰਗ ਪਰੰਗਨ ਏਕ ਨ ਜਾਪਨ ਕਰਤਬਾ, ਜੀਆਂ ਅੰਦਰ ਜੀਓ ਸਭ ਕੀ ਜਾਣ ਲਾ, ਸਭ ਕੁਛ ਤੇਰਾ ਵਸ ਤੇਰਾ ਕਰ ਭਲਾ, ਤੇਰਾ ਘਰ ਆਨੰਦ ਵਧਾਈ ਤੁਧ ਕਰ, ਮਾਨ ਮਹਿਤਾ ਤੇਜ ਆਪਣਾ ਆਪ ਜਰ। ਹੁਣ ਇਹ ਸਾਰਾ ਜੋ ਅਸੀਂ ਬਚਨ ਸੁਣਦੇ ਹੋ, ਇਹਦੇ 'ਚ ਕੁਛ ਕਰਤਾਰੀ ਹਸਤੀ ਦੀ ਬਾਤ ਹੋ ਰਹੀ ਹੈ, ਜਿਹਦੇ ਵਿੱਚ ਅਸੀਂ ਐਗਜ਼ਿਸਟ ਕਰਦੇ ਹਾਂ, ਜਿਹਦੇ ਸਦਕਾ ਅਸੀਂ ਐਗਜ਼ਿਸਟ ਕਰਦੇ ਹਾਂ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਮਰਤਬਾ ਪੰਜਾਬੀ ਦਾ ਲਫ਼ਜ਼ ਹੈ, ਜਿਹਨੂੰ ਕਹਿ ਲਓ ਰੋਬ-ਦਾਬ। ਬੰਦਾ ਆਪਣੇ ਮਰਤਬੇ ਦੀ ਸਥਾਪਤੀ ਵਾਸਤੇ, ਆਪਣੀ ਕਹਿ ਲਓ ਕਿ ਜਿਹੜੀ ਪ੍ਰੈਸਟੀਜ ਆ, ਜਿਹੜਾ ਉਹਦਾ ਇੱਕ ਰੁਤਬਾ ਆ, ਜਿਹਨੂੰ ਹੋਰ ਸਰਲ ਕਰੀਏ ਡਿਗਨਿਟੀ ਕਹਿ ਲਓ,
ਬੰਦੇ ਦੀ ਹੋਂਦ ਪਾਇਆਂ ਦੀ ਰਿਸਪੈਕਟ ਕਹਿ ਲਓ, ਜਿਹੜਾ ਉਹ ਚੀਜ਼ ਆ ਉਹ ਬੰਦਾ ਲੱਭ ਰਿਹਾ ਹੈ। ਕਈ ਵਾਰ ਬੰਦਾ ਆਪਣੇ ਮਰਤਬੇ ਦੀ ਸਥਾਪਤੀ ਵਾਸਤੇ ਥੋੜ੍ਹਾ ਬਹੁਤਾ ਤੰਗ ਵੀ ਹੋ ਲੈਂਦਾ ਹੈ। ਮਤਲਬ ਸਪੋਜ਼ ਕਰੋ ਕਿ ਬੰਦੇ ਨੂੰ ਅਖਿਆਈ ਵੀ ਹੁੰਦੀ ਹੈ, ਭਾਵੇਂ ਉਹ ਮਿਹਨਤ ਕਰਨੀ ਪਏ, ਭਾਵੇਂ ਉਹ ਕੰਜੂਸੀ ਕਰਨੀ ਪਏ, ਪਰ ਕਿਸੇ ਨਾ ਕਿਸੇ ਕੁਛ ਚੀਜ਼ਾਂ ਅਸੀਂ ਐਸੀਆਂ ਬਾਏ ਕਰਦੇ ਹਾਂ, ਇਹੋ ਜਿਹਾ ਸਾਜੋ ਸਮਾਨ, ਇਹੋ ਜਿਹੀਆਂ ਚੀਜ਼ਾਂ ਜਿਹਦੇ ਨਾਲ ਸਾਡਾ ਮਰਤਬਾ, ਸਾਡਾ ਇੱਕ ਪ੍ਰੈਸਟੀਜ, ਸਾਡੀ ਇੱਕ ਜਿਹੜੀ ਉਸ ਕਿਸਮ ਦੀ ਤਸਵੀਰ ਬਣ ਸਕੇ, ਅਤੇ ਉਹਦੇ ਵਿੱਚੋਂ ਸਾਨੂੰ ਫਿਰ ਖੁਸ਼ੀ ਮਿਲਦੀ। ਜੇ ਇਸ ਚੀਜ਼ ਨੂੰ ਆਪਾਂ ਥੋੜ੍ਹੇ ਜਿਹੇ ਚਾਈਲਡਿਸ਼ ਬਿਹੇਵੀਅਰ ਨਾਲ ਜੋੜ ਕੇ ਦੇਖੀਏ, ਅਤੇ ਸਪੋਜ਼ ਕਰੋ ਬੱਚਾ ਆ ਘਰ ਦੇ ਵਿੱਚ, ਉਹ ਕਹਿੰਦਾ ਕੋਈ ਚੀਜ਼ ਵੇਖਦਾ ਜਿਹੜੀ ਬੜੀ ਉਹਨੂੰ ਕੈਚੀ ਲੱਗਦੀ ਹੈ, ਅਤੇ ਕਹਿੰਦਾ ਆਈ ਵਾਂਟ ਟੂ ਬਾਏ ਦਿਸ, ਆਈ ਵਾਂਟ ਟੂ ਬਾਏ ਦਿਸ, ਅਤੇ ਅਸੀਂ ਉਹਨੂੰ ਕਹਿੰਦੇ ਨਹੀਂ ਨਹੀਂ ਨਹੀਂ, ਇਹ ਨਹੀਂ ਬਾਏ ਕਰਨੀ। ਵਾਈ? ਯੂ ਡੋਂਟ ਹੈਵ ਮਨੀ? ਓ ਵੀ ਹੈਵ ਮਨੀ, ਬਟ ਵੀ ਵਾਂਟ ਟੂ ਬਾਏ ਸਮਥਿੰਗ ਐਲਸ। ਵਾਟ ਸਮਥਿੰਗ ਐਲਸ? ਆਪਾਂ ਕੋਈ ਨਾ ਕੋਈ ਵੱਡੀ ਚੀਜ਼ ਲੈ ਕੇ ਆਵਾਂਗੇ, ਆਪਾਂ ਨਵੀਂ ਕਾਰ ਖਰੀਦ ਕੇ ਲੈ ਕੇ ਆਵਾਂਗੇ, ਆਪਾਂ ਕੋਈ ਵੱਡਾ ਇਨਵੈਸਟਮੈਂਟ ਕਰਾਂਗੇ ਇਸ ਰੂਪ ਦੇ ਵਿੱਚ। ਬੱਚਾ ਸੋਚਦਾ ਕੀ ਪਾਗਲਪਨ ਹੈ, ਆਹ ਚੀਜ਼ ਤੇ ਕਿਤੇ ਵਧੀਆ ਆ, ਆਪਾਂ ਇਸ ਨੂੰ ਬਾਏ ਕਰੀਏ। ਹੁਣ ਬੱਚੇ ਨੂੰ ਕੀ ਪਤਾ ਕਿ ਕਿਹੜੀ ਚੀਜ਼ ਲੱਭ ਰਹੇ ਨੇ? ਇਹ ਤੇ ਕਿਸੇ ਪ੍ਰੈਸਟੀਜ ਦੇ ਪਿੱਛੇ ਲੱਗੇ ਨੇ, ਇਹ ਤੇ ਕਿਸੇ ਹਾਇਰ ਮਰਤਬਾ ਆਹ ਚੀਜ਼ ਹੁੰਦੀ ਹੈ। ਬੰਦਾ ਤਾਂ ਉਮਰ ਕਈ ਵਾਰੀ ਆਪਣੇ ਮਰਤਬੇ ਦੀ ਸਥਾਪਤੀ ਵਾਸਤੇ ਸਿਰਫ, ਤੇ ਇਹਦੇ ਪਿੱਛੇ ਜਿਹੜੀ ਮਾਨਸਿਕਤਾ ਵੀ ਹੈ ਉਹ ਹੈ ਲੋਕਾਂ ਦੀਆਂ ਨਜ਼ਰਾਂ, ਲੋਕਾਂ ਦੀਆਂ ਗੱਲਾਂ, ਲੋਕਾਂ ਦੇ ਖਿਆਲਾਂ ਵਿੱਚੋਂ ਮੈਂ ਖੁਸ਼ੀ ਲੱਭ ਰਿਹਾ ਹਾਂ। ਹਾਊ ਪੀਪਲ ਥਿੰਕ ਅਬਾਊਟ ਮੀ, ਹਾਊ ਪੀਪਲ ਐਕਚੁਅਲੀ ਜੱਜ ਮੀ, ਹਾਊ ਪੀਪਲ ਮੈਜਰ ਮਾਈ ਸਕਸੈਸ ਇਨ ਦੈਟ ਵੇ। ਇਹਦੇ ਨਾਲ ਉਮਰਾਂ ਲੱਗ ਜਾਂਦੀਆਂ ਬੰਦਿਆਂ ਦੀਆਂ ਕਈ ਵਾਰੀ, ਅਤੇ ਕਈ ਲੈਵਲ 'ਤੇ ਜਾ ਕੇ ਬੰਦੇ ਨੂੰ ਵੀ ਨਹੀਂ ਪਤਾ ਲੱਗਦਾ ਕਿ ਐਕਚੁਅਲ ਲੈਵਲ 'ਤੇ ਜਿਸ ਵਾਸਤੇ ਮੈਂ ਸਾਰਾ ਇਹ ਮਤਲਬ ਕਹਿ ਲਓ ਕਿ ਪ੍ਰਪੰਚ ਰਚਿਆ ਸੀ, ਉਹ ਪ੍ਰਾਪਤ ਵੀ ਹੋਇਆ ਮੈਨੂੰ। ਗੁਰੂ ਬਾਬਾ ਜੀ ਨੇ ਫਿਰ ਇੱਥੇ ਬਿਆਨ ਕੀਤਾ, ਕਿਉਂ ਨਹੀਂ ਇੱਕ ਕੰਮ ਕਰਦਾ, ਆਪਣੇ ਮਰਤਬੇ ਨੂੰ ਉਸ ਕਾਇਨਾਤ ਸਿਰਜਣ ਵਾਲੇ ਦੇ ਮਰਤਬੇ ਨਾਲ ਐਸੋਸੀਏਟ ਕਰਦੇ। ਮਹਾਰਾਜ ਉੱਥੇ ਮੇਰਾ ਵਰਤਮਾ ਸਥਾਪਿਤ ਹੋ ਜਾਏਗਾ। ਸਭ ਕਹਿੰਦੇ ਉਹਦੇ ਬਾਰੇ ਮੈਂ ਤੈਨੂੰ ਦੱਸ ਦਿੰਦਾ, ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਉਹਦੀ ਵਡਿਆਈ, ਉਹਦਾ ਮਰਤਬਾ ਬੜਾ ਹਾਇਰ ਹੈ, ਬੜਾ ਉੱਚਾ ਆ। ਇਸ ਕਰਕੇ ਤੁਸੀਂ ਹੋਰ ਰੰਗ ਦੇਖੋ। ਪ੍ਰਿੰਸੀਪਲ ਸਤਬੀਰ ਸਿੰਘ ਬੜਾ ਖੂਬਸੂਰਤ ਲਿਖਦੇ, ਜਦੋਂ ਗੁਰੂ ਨਾਨਕ ਸਾਹਿਬ ਦੀ ਉਹ ਸਤੁਤੀ ਦੇ ਵਿੱਚ ਆਪਣਾ ਬਲਿਓ ਚਿਰਾਗ ਇਹ ਪੁਸਤਕ ਲਿਖ ਰਹੇ ਨੇ, ਉਹ ਕਹਿੰਦੇ ਕਿ ਜਦੋਂ ਇਸਲਾਮਿਕ ਸਕੂਲ ਆਫ ਥਾਟ ਦੇ ਵਿੱਚੋਂ ਸੂਫੀ ਜਨਮਦਾ ਹੈ, ਅਤੇ ਸੂਫੀ ਬਹੁਤ ਉਸ ਹਾਇਰ ਲੈਵਲ 'ਤੇ ਪਹੁੰਚਦਾ, ਥ੍ਰੈਸ਼ਹੋਲਡ ਨੂੰ ਟੱਚ ਕਰਦਾ, ਅਤੇ ਉਹਦੇ ਮੂੰਹ ਤੋਂ ਆਪ ਮੁਹਾਰੇ ਨਿਕਲਦਾ ਆ ਅਨਲ ਹੱਕ, ਮਤਲਬ ਇਹ ਮੈਂ ਖੁਦਾ ਹਾਂ, ਅਨਲ ਹੱਕ, ਮੈਂ ਹੋ ਗਿਆ ਹੋ। ਜਦੋਂ ਕਿਤੇ ਭਾਰਤੀ ਵੈਦਿਕ ਪ੍ਰਪਾਟੀ ਦੇ ਵਿੱਚ ਕੋਈ ਉਸ ਹਾਇਰ ਲੈਵਲ 'ਤੇ ਜਾਂਦਾ ਹੈ, ਅਤੇ ਉਹਦੀ ਜ਼ਬਾਨ ਤੋਂ ਨਿਕਲਦਾ ਹੈ ਅਹੰਗ ਬ੍ਰਹਮਸਮੀ, ਮੈਂ ਬ੍ਰਹਮ ਰੂਪ ਹੋ ਗਿਆ। ਇਹਦੇ ਮੁਕਾਬਲਤਨ ਜਿਹੜਾ ਗੁਰਮਤ ਦਾ ਸਕੂਲ ਆ, ਗੁਰੂ ਨਾਨਕ ਸਾਹਿਬ ਨੂੰ ਜੋ ਕੋਈ ਪੁੱਛਦਾ ਆ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਸ ਸਭ ਤੇਰਾ ਆ, ਮੈਂ ਵੀ ਤੇਰਾ ਆ, ਇਹ ਸੰਸਾਰ ਵੀ ਤੇਰਾ ਆ, ਇਹ ਬੰਦਾ ਵੀ ਤੇਰਾ ਆ। ਆਹ ਰੂਪ ਜਿਹੜਾ ਆ ਇਹ ਇਸ ਤਰ੍ਹਾਂ ਆ, ਇਹ ਕਲੇਮ ਕਰਨ ਦੀ ਬਜਾਏ ਕਿ ਮੈਂ ਸਮੁੰਦਰ ਹਾਂ, ਇਹ ਕਹਿ ਦਿੱਤਾ ਮੈਂ ਸਮੁੰਦਰ ਵਿੱਚ ਆਪਣੇ ਆਪ ਨੂੰ ਮਰਜ ਕਰ ਦਿੰਦਾ ਵਾਂ, ਮੈਂ ਸਮੁੰਦਰ ਤੇਰੇ ਹਵਾਲੇ ਕਰ ਦੇਣਾ ਆਪਣੇ ਆਪ ਨੂੰ, ਮੈਂ ਉਸ ਦੇ ਵਿੱਚ ਆਪਣੇ ਆਪ ਨੂੰ ਅਮਾ ਲਿਆ ਜਿਹਦੇ ਵਿੱਚ ਸਾਰਾ ਯੂਨੀਵਰਸ ਹੈ, ਸਾਰਾ ਬ੍ਰਹਿਮੰਡ ਹੈ, ਜਿਹੜਾ ਓਅੰਕਾਰ ਰੂਪ ਹੈ। ਇਹਦੇ ਨਾਲ ਕੀ ਹੋਏਗਾ ਕਿ ਜੇ ਆਲੇ ਦੁਆਲੇ ਕਿਸੇ ਦੀ ਸਫਲਤਾ, ਕਿਸੇ ਦੀ ਖੁਸ਼ੀ, ਕਿਸੇ ਦੇ ਚਾਅ ਵਿੱਚ ਮੈਂ ਕੁਝ ਯੋਗਦਾਨ ਪਾਇਆ ਆ, ਮੈਨੂੰ ਕੋਈ ਮੌਕਾ ਬਣਿਆ ਆ ਕੰਟਰੀਬਿਊਟ ਕਰਨ ਦਾ, ਉਹ ਵੀ ਮੇਰੀ ਖੁਸ਼ੀ ਹੈ, ਉਹ ਵੀ ਮੇਰਾ ਸੁੱਖ ਹੈ, ਉਹ ਵੀ ਮੇਰੀ ਪ੍ਰਾਪਤੀ ਹੈ। ਇੱਥੇ ਜਾ ਕੇ ਬੰਦੇ ਦਾ ਮਰਤਬਾ ਬਹੁਤ ਨਿੱਜ ਪ੍ਰਸਤ ਨਹੀਂ ਰਹਿ ਜਾਂਦਾ। ਇੱਕ ਚੀਜ਼ ਹੋਰ ਐਡ ਕਰਦੇ ਹਾਂ ਇਹਦੇ ਨਾਲ, ਜੀਵਨ ਦਾ ਦੁੱਖ ਸੁੱਖ ਬੜਾ ਤੰਗ ਕਰਦਾ ਹੈ। ਤੁਸੀਂ ਕਹੋਗੇ ਦੁੱਖ ਤੇ ਤੰਗ ਕਰੇਗਾ, ਸੁੱਖ ਤੇ ਬੜਾ ਤੰਗ ਕਰੇਗਾ, ਕਿਉਂਕਿ ਸੁੱਖ ਵਿਖਾਵਾ ਪੈਦਾ ਕਰਦਾ ਹੈ, ਸੁੱਖ
ਲੋਕਾਂ ਦੇ ਸਾਹਮਣੇ ਬੰਦਾ ਉਸ ਦੀ ਡੈਮੋਸਟ੍ਰੇਸ਼ਨ ਕਰਨੀ ਚਾਹੁੰਦਾ ਆ, ਲੋਕਾਂ ਤੋਂ ਮਾਨਤਾ ਲੈਣੀ ਚਾਹੁੰਦਾ, ਇਹ ਸਭ ਚੀਜ਼ਾਂ ਇਹਦੇ ਚੋਂ ਨਿਕਲਦੀਆਂ। ਫਿਰ ਅਗਲੀ ਬਾਤ ਇਹ ਹੈ, ਜਦੋਂ ਬੰਦਾ ਬਹੁਤ ਆਪਣੇ ਸੁਖਮਈ ਹਾਲਤਾਂ ਵਾਲੇ ਪਾਸੇ ਭੱਜਦਾ ਆ ਤੇ ਇਹ ਵੀ ਚੀਜ਼ ਹੁੰਦੀ ਹੈ ਕਿ ਉਹ ਬਲਕਿ ਉਸ ਵਕਤ ਉਹਦੇ ਮਗਰ ਭੱਜਦਾ ਦੁਖੀ ਵੀ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਦਾ ਇੱਕ ਪਦਾ ਹੈ, ਬੜਾ ਫਿਲਾਸਫੀਕਲ ਜਿਹਾ, ਪਰ ਜੇ ਉਹਨੂੰ ਐਗਜ਼ਾਮਪਲ ਬੜੀ ਕਮਾਲ ਦੀ ਕੀਤੀ ਉਹਨਾਂ ਨੇ, ਉਹਦਾ ਜ਼ਿਕਰ ਹੈ। ਉਹ ਕਹਿੰਦੇ, ਜੈਸੇ ਪਾਠ ਚਾਕੀ ਕੇ ਨ ਮੂੰਡ ਕੇ ਉਠਾਏ ਜਾਤ, जुगत के आनियत समत समत ही, जैसे गज केहर न बल किए बस होत, जुगत के आनियत समत समत ही, तैसे दुख सुख बहु बिखम संसार बिखै, गुर उपदेश जल जल जाए कत ही। वो जिक्र कर दे कि जैसे पाठ चाकी के न मूंड के उठाए जात, अजकल तो मशीनां बदल गई, ਵੱਡੇ ਵੱਡੇ ਜਾਇੰਟ ਤੁਹਾਨੂੰ ਮਸ਼ੀਨਾਂ ਦਿਸ ਜਾਂਦੀਆਂ, ਹੈਵੀ ਇਕਵਿਪਮੈਂਟਸ ਦਿਸ ਜਾਂਦੇ। ਪੁਰਾਣੇ ਸਮੇਂ 'ਚ ਦੇਖਦੇ ਹਾਂ ਕੋਈ ਮਸ਼ੀਨਾਂ ਬਹੁਤੀਆਂ ਨਹੀਂ ਸੀ ਹੁੰਦੀਆਂ, ਖਾਸ ਕਰਕੇ ਭਾਰਤੀ ਖਿੱਤੇ ਜੇ ਬਾਤ ਕਰੀਏ ਪੰਜਾਬ ਤੇ ਦੇ ਗਿਰਦੇ ਰਵਾਂ ਦੇ ਵਿੱਚ, ਜਿਸ ਮਸ਼ੀਨ ਨਾਲ ਲੋਕਾਂ ਦਾ ਥੋੜ੍ਹਾ ਬਹੁਤਾ ਵਾਸਤਾ ਪੈਂਦਾ ਸੀਗਾ ਉਹ ਇਹੋ ਜਿਹੀ ਸੀ ਜਿਵੇਂ ਚੱਕੀ, ਮਤਲਬ ਜਿਹੜੇ ਸਟੋਨ ਮਿਲ ਆ ਜਿਹੜੀ ਘਰਾਂ ਦੇ ਵਿੱਚ ਚੱਲਦੀ ਸੀਗੀ ਜਾਂ ਬਾਹਰ ਘਰਾਟ ਨਾਲ ਚੱਲਦੀ ਸੀਗੀ, ਉਹ ਮਸ਼ੀਨ ਹੁੰਦੀ ਸੀਗੀ। ਹੁਣ ਆਪ ਨੂੰ ਪਤਾ ਹੈ ਕਿ ਜਦੋਂ ਉਹ ਜਿਹੜੇ ਖਾਸ ਕਰਕੇ ਉਹ ਸਟੋਨ ਗ੍ਰਾਈਂਡਰਸ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਜਿਹੜਾ ਖੁਰਦਰਾਪਨ ਆ, ਜਿਹੜੀ ਉਹਨਾਂ ਦੀ ਅਨਈਵਨ ਸਰਫੇਸ ਆ, ਉਹਦੇ ਕਰਕੇ ਉਹ ਚੀਜ਼ ਨੂੰ ਰਗੜਦੇ, ਜੇ ਉਹ ਸਾਰਾ ਸਮੂਥ ਹੋ ਜਾਏ ਤੇ ਉਹ ਫਿਰ ਚੱਕੀ ਕੰਮ ਕਰਨਾ ਬੰਦ ਕਰ ਦਿੰਦੀ। ਥੋੜੇ ਸਮੇਂ ਬਾਅਦ ਉਸ ਚੱਕੀ ਨੂੰ ਦੁਬਾਰਾ ਉਹਦੇ ਵਿੱਚ ਜਿਹੜਾ ਹੈ ਸਰਫੇਸ ਜਿਹੜਾ ਹੈਗਾ ਉਹਨੂੰ ਖੁਦਾਇਆ ਜਾਂਦਾ, ਉਹਦੇ ਵਿੱਚ ਥੋੜਾ ਉਸ ਤਰੀਕੇ ਦੇ ਨਾਲ ਉਹਨੂੰ ਦੁਬਾਰਾ ਫਿਰ ਬਣਾਇਆ ਜਾਂਦਾ। ਉਹਦੇ ਲਈ ਫਿਰ ਜਿੱਥੇ ਕੋਈ ਕਾਰੀਗਰ ਹੈ ਉੱਥੇ ਚੱਕੀ ਨੂੰ ਲੈ ਕੇ ਜਾਇਆ ਜਾਂਦਾ। ਹੁਣ ਚੱਕੀ ਦਾ ਪੁੜ ਆ ਬੜਾ ਭਾਰਾ ਆ, ਐਡਾ ਹੈਵੀ ਉਹਦਾ ਜਿਹੜਾ ਹੈ ਉਹ ਸਟੋਨ ਦਾ ਪੀਸ ਆ, ਜੇ ਬੰਦਾ ਇਹ ਕਹੇ ਮੈਂ ਸਿਰ ਤੇ ਚੁੱਕ ਕੇ ਲੈ ਕੇ ਜਾਵਾਂਗਾ ਇੰਨੀ ਦੂਰ, ਤੰਗ ਹੋ ਜਾਏਗਾ, ਬੜਾ ਔਖਿਆਈ ਆਏਗੀ, ਲਿਜਾ ਵੀ ਨਹੀਂ ਪਾਏਗਾ। ਜੋ ਦੁੱਖ ਸੁੱਖ ਆ ਨਾ, ਇਹ ਚੱਕੀ ਦੇ ਪੁੜਾਂ ਦੀ ਤਰ੍ਹਾਂ ਭਾਰਾ ਆ। ਇਸ ਨੂੰ ਤੁਸੀਂ ਚਾਹੋ ਕਿ ਮੈਂ ਆਪਣੇ ਸਿਰ ਤੇ ਚੁੱਕ ਕੇ, ਮੈਂ ਮਤਲਬ ਭਾਵੇਂ ਦੁੱਖ ਆ ਭਾਵੇਂ ਸੁੱਖ ਆ, ਇਹਦੇ ਨਾਲ ਬੜਾ ਸੈਲਫਿਸ਼ ਹੋ ਕੇ ਮੈਂ ਆਈ ਵਿਲ ਡੀਲ, ਆਈ ਵਿਲ ਅਟੇਨ, ਆਈ ਵਿਲ ਇੰਜੋਏ, ਨੋ, ਤੰਗ ਹੋ ਜਾਏਗਾ। ਇੰਨਾ ਤੰਗ ਹੋ ਜਾਏਗਾ ਜਿਵੇਂ ਚੱਕੀ ਦਾ ਪੁੜ ਸਿਰ ਤੇ ਚੁੱਕ ਕੇ ਤੰਗ ਹੋਈਦਾ। ਫਿਰ ਭਾਈ ਗੁਰਦਾਸ ਜੀ ਕੀ ਕੀਤਾ ਜਾਏ, ਉਹ ਕਹਿੰਦੇ ਦੇਖੋ ਤੁਸੀਂ ਚੱਕੀ ਦੇ ਪੁੜ ਜਿਹੜੇ ਲੋਕ ਲੈ ਕੇ ਜਾਂਦੇ ਆ, ਜਿਹੜੇ ਟਰੈਵਲ ਕਰਦੇ, ਉਹਨਾਂ ਨੇ ਫਿਰ ਤਰਕੀਬ ਕੱਢ ਲਈ। ਤਰਕੀਬ ਕੀ ਕੱਢ ਲਈ ਕਿ ਚੱਕੀ ਦਾ ਪੁੜ ਕਿਉਂਕਿ ਉਹ ਗੋਲ ਹੁੰਦਾ ਆ, ਉਸ ਨੂੰ ਸਿਰ ਤੇ ਚੁੱਕਣ ਦੀ ਬਜਾਏ ਉਸ ਨੂੰ ਖੜਾ ਕਰ ਲਿਆ ਇਸ ਤਰੀਕੇ ਦੇ ਨਾਲ, ਉਹਦੇ ਵਿੱਚ ਸੁਰਾਖ ਹੁੰਦਾ, ਉਹਦੇ ਵਿੱਚ ਡੰਡਾ ਪਾ ਲਿਆ, ਦੋ ਜਣਿਆਂ ਨੇ ਡੰਡਾ ਪਕੜ ਲਿਆ, ਇੱਕ ਜਣੇ ਨੇ ਵੀਲ ਮੂਵ ਕਰਨਾ ਸ਼ੁਰੂ ਕਰਤਾ, ਜਿੱਥੇ ਮਰਜ਼ੀ ਲੈ ਜਾਓ, ਮੀਲਾਂ ਦੇ ਮੀਲ, ਕੋਈ ਟਾਇਰਡ ਨਹੀਂ ਹੋਏਗਾ, ਕੋਈ ਥੱਕੇਗਾ ਨਹੀਂ। ਇਹ ਹੈ ਜੁਗਤ ਕੈ ਆਨੀਅਤ, ਉਸ ਨੂੰ ਜੁਗਤ ਨਾਲ, ਤਰੀਕੇ ਨਾਲ, ਜਿਹੜਾ ਦੁੱਖ ਸੁੱਖ ਦਾ ਸੰਕਲਪ ਸੰਸਾਰ ਦੇ ਵਿੱਚ ਆ। ਆਪ ਹੋਰ ਰੰਗ ਦੇਖੋ, ਅੱਜ ਹੀ ਦੁਪਹਿਰੇ ਮੈਂ ਕਿਸੇ ਫਿਊਨਰਲ ਤੋਂ ਬਾਅਦ ਕਿਸੇ ਦੇ ਉਸ ਰੂਪ ਦੇ ਵਿੱਚ ਪ੍ਰੋਗਰਾਮ ਵਿੱਚ ਪਾਰਟਿਸਿਪੇਟ ਕਰ ਰਿਹਾ ਸੀਗਾ। ਰਾਗੀ ਵੀਰ ਸ਼ਬਦ ਪੜ੍ਹ ਰਹੇ ਸੀਗੇ, ਭਗਤ ਰਵਿਦਾਸ ਜੀ ਦਾ ਸ਼ਬਦ, ਵੈਸੇ ਹਜ਼ਾਰਾਂ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, आपने जरूर शब्द सुनो सरवण किया होएगा। जल की भीत पवन का थंबा, रक्त बूंद का गारा, हाड़ मास नारी को पिंजर, पंखी बसे बेचारा, प्राणी क्या मेरा क्या तेरा, जैसे तरवर पंख बसेरा। ये शब्द गा रहे थे एंड आई वाज लिसनिंग, मैं कीर्तन हो रहा, मैं शब्द सुन रहा, मैं देख रहा ये फ्यूनल तो आ रहे ने, सारे दुखी ने, पीड़ा विच ने, कोई भी प्रिपेयर नहीं हुंदा किसी घर के मैंबर नूं अपने तो दूर करने वास्ते। एक दिन आउंदा आ, वो फौत हो जाता है, मैडिकली डॉक्टर कहते ने ही और शी इज़ डैड। डैड बॉडी नूं चुक के सी खुद फ्यूनरल होम लै जाने, उत्थे जाके खुद संस्कार करते हैं। कितनी पेनफुल सिचुएशन है, यू नो, किसी शरीर नूं तुसीं इन्ना प्यार करते हो, इन्ना सब कुछ करते हो, now you have to actually criminate or bury. That's very sad part। बड़ा ये सब तो ज़्यादा जिहड़ा आ इस मौत दे विच सब तो दुख देने वाला समा हुंदा है, क्योंकि तुसीं अपने हत्थां नाल ये चीज़ करनी हुंदी है। तो मैं ये थोड़ा एक्सप्लेन भी कर दियां जे उस रूप विच कहो कि एक मदर नेचर दे ला नूं असीं सिर्फ ओबे ही कर सकते हैं, असीं नूं ना ते चेंज कर सकते हैं,
ਨਾ ਕੁਛ। ਕਿਉਂਕਿ ਜਿਹੜੀ ਲਾਈਫ ਆ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਜ਼ਿੰਦਗੀ ਜਿਹੜੀ ਹੈ, ਇਹ ਇੱਕ ਕੁਦਰਤ ਦੇ ਇਸ ਨਿਜ਼ਾਮ ਵਿੱਚ ਇਵੋਲਵ ਹੋਈ ਚੀਜ਼ ਆ। 5 ਤੱਤ ਨੇ, ਸੰਜੋਗ, ਵਿਜੋਗ, ਦੋਏ ਕਾਰ ਚਲਾਵੇਂ, ਕੋਈ ਮਦਰ ਨੇਚਰ ਦੇ ਲਾਅ ਦੇ ਵਿੱਚ 5 ਤੱਤ, 5 ਐਲੀਮੈਂਟਸ ਇਕੱਠੇ ਹੋ ਗਏ। ਉਹਨਾਂ ਦੇ ਵਿੱਚ ਹਵਾ ਆ, ਜਿਹਨੂੰ ਅਸੀਂ ਏਅਰ ਕਹਿ ਸਕਦੇ ਹਾਂ, ਉਹਦੇ 'ਚ ਐਨਰਜੀ ਹੈ ਜਿਹਨੂੰ ਅਸੀਂ ਗਰਮੀ ਕਹਿ ਦਿੰਦੇ ਹਾਂ, ਅਗਨੀ, ਫਾਇਰ ਕਹਿ ਲਓ, ਜਿਹੜੀ ਗਰਮੀ ਦਿੰਦੀ ਹੈ। ਫਿਰ ਇਹਦੇ ਵਿੱਚ ਪਾਣੀ ਹੈ, ਫਿਰ ਮਿੱਟੀ ਹੈ, ਫਿਰ ਜਿਹੜਾ 5ਵਾਂ ਤੱਤ ਹੈ ਉਹ ਸਪੇਸ ਹੈ, ਜਿਹਦੇ ਵਿੱਚ ਅਸੀਂ ਆਪਣੇ ਆਪ ਜਗ੍ਹਾ ਹੋਲਡ ਕਰਕੇ ਚੱਲਦੇ ਹਾਂ, ਜਿਹਨੂੰ ਡੈਥ ਕਿਹਾ ਜਾਂਦਾ ਹੈ। ਇਹਦਾ ਜਿਹੜਾ ਸਭ ਤੋਂ ਪਹਿਲਾ ਤੱਤ ਹੈ ਉਹ ਹੈ ਹਵਾ। ਇਹ ਛੱਡਦਾ ਹੈ ਬਾਡੀ ਨੂੰ। ਪਹਿਲੇ ਨੰਬਰ ਤੇ ਸਾਹ ਆਉਣਾ ਬੰਦ ਹੁੰਦਾ ਹੈ। ਮਤਲਬ ਜਦੋਂ ਪਤਾ ਲੱਗ ਜਾਂਦਾ ਮੈਡੀਕਲ ਐਕਸਪਰਟਸ ਨੂੰ ਕਿ ਦਿਸ ਇੰਡੀਵਿਜੂਅਲ, ਔਰ ਜੋ ਤੁਸੀਂ ਕਹਿ ਲਓ ਕਿ ਜਿਹੜੀ ਮਦਰ ਨੇਚਰ ਦੀ ਬਣਾਈ ਹੋਈ ਮਸ਼ੀਨਰੀ ਹੈ, ਇਹ ਹੁਣ ਕੈਪੇਬਲ ਨਹੀਂ ਹੈਗੀ ਆਕਸੀਜਨ ਨੂੰ ਜ਼ਿੰਦਗੀ ਦੇ ਵਿੱਚ, ਬਲੱਡ ਸਟਰੀਮ ਦੇ ਵਿੱਚ, ਐਨਰਜੀ ਦੇ ਵਿੱਚ ਕਨਵਰਟ ਕਰਨ ਦੇ ਵਿੱਚ। ਹੁਣ ਸਾਹ ਨਹੀਂ ਲੈ ਰਹੀ। ਬਾਹਰੋਂ ਸਪੋਰਟ ਵੀ ਦਿੰਦੇ ਕਈ ਵਾਰੀ, ਜੇ ਕੋਈ ਕਾਰਡੀਅਲ ਅਰੈਸਟ ਹੋ ਜਾਏ, ਕੁਛ ਹੋ ਜਾਏ, ਤੇ ਫਿਰ ਉਸ ਤਰੀਕੇ ਨਾਲ ਤੁਹਾਨੂੰ ਪਤਾ CPR ਵਗੈਰਾ ਉਹ ਸਭ ਚੀਜ਼ਾਂ ਦਿੰਦੇ ਕਿਸੇ ਤਰੀਕੇ ਨਾਲ, ਤਾਂ ਕਿ ਉਹ ਚੱਲ ਸਕੇ। ਨਹੀਂ ਚੱਲਦਾ, ਬਾਹਰੋਂ ਸਪੋਰਟ ਦਿੰਦੇ। ਫਿਰ ਇੱਕ ਲੈਵਲ ਆਉਂਦਾ, ਉਹ ਕਹਿੰਦੇ ਨਹੀਂ, ਹੁਣ ਜਿਹੜਾ ਹੈ, ਕਿਉਂਕਿ ਜਿਹੜਾ ਹਵਾ ਤੱਤ ਆ, ਹੁਣ ਇਹ ਤੋਂ ਆਪਣੇ ਆਪ ਨੂੰ ਡਿਸਮੈਂਟਲ ਹੋ ਰਿਹਾ, ਉਹ ਭੱਜ ਰਿਹਾ, ਤੋਂ ਦੂਰ ਹੋ ਰਿਹਾ। ਠੀਕ ਹੈ ਜੀ, ਹਵਾ ਤੱਤ ਛੱਡ ਗਿਆ। ਫਿਰ ਉਹਦਾ ਅਗਲਾ ਲੈਵਲ ਆਉਂਦਾ ਹੈ। ਜਿਹੜੇ ਲੋਕ ਡੈਡ ਬੋਡੀਜ਼ ਨਾਲ ਡੀਲ ਕਰਦੇ ਨੇ, ਕਦੀ ਤੁਸੀਂ ਉਹਨਾਂ ਤੋਂ, ਜਾਂ ਤੁਸੀਂ ਖੁਦ ਗੂਗਲ ਵਗੈਰਾ ਪੜ੍ਹ ਕੇ ਦੇਖਿਓ, ਇੱਕ ਬੰਦਾ ਬੇਹੋਸ਼ ਹੈ, ਉਹ ਰੀਜ਼ਨ ਐਨਸਥੀਸ਼ੀਆ ਹੋ ਸਕਦਾ, ਜਾਂ ਵੈਸੇ ਨੌਕਆਊਟ ਹੋ ਗਿਆ, ਡਿੱਗ ਗਿਆ, ਕੁਛ ਚੋਟ ਲੱਗ ਗਈ। ਉਹਦੀ ਬੋਡੀ ਨੂੰ ਹੈਂਡਲ ਕਰਨਾ ਈਜ਼ੀ ਆ ਮੁਕਾਬਲਤਨ ਡੈਡ ਬੋਡੀ ਨੂੰ। ਡੈਡ ਬੋਡੀ ਬੜੀ ਭਾਰੀ ਹੋ ਜਾਂਦੀ ਹੈ, ਕਿਉਂਕਿ ਜਿਹੜੀ ਹਵਾ ਤੱਤ ਆ, ਹੌਲੀ ਹੌਲੀ ਬਿਲਕੁਲ ਛੱਡ ਜਾਂਦਾ ਵਿੱਚੋਂ, ਪੱਥਰ ਬਣ ਜਾਂਦਾ ਸੋਲਿਡ ਇਸ ਰੂਪ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਸੈਕਿੰਡ ਤੱਤ ਜਾ ਰਿਹਾ ਹੈ ਇਸ ਬਾਡੀ ਦੇ ਵਿੱਚੋਂ, ਉਹ ਹੈਗੀ ਐਨਰਜੀ, ਗਰਮੀ। ਹੌਲੀ ਹੌਲੀ ਠੰਡਾ ਪੈਣਾ ਸ਼ੁਰੂ ਹੋ ਜਾਂਦਾ, ਸ਼ਿਥਿਲ ਹੋ ਜਾਂਦਾ। ਸੋ ਇਹ ਸੈਕਿੰਡ ਤੱਤ ਹੈ। ਇਹ ਜਿਹੜੇ ਨੇ, ਇਹ ਬੜੀ ਜਲਦੀ ਇਹਦੇ ਚੋਂ ਸਾਹ ਛੱਡ ਜਾਂਦੇ ਨੇ। ਬਾਅਦ ਦੇ ਵਿੱਚ ਜਿਹੜੇ ਤੱਤ ਬਚਦੇ ਨੇ, ਉਹ ਹੈਗਾ ਖਾਸ ਕਰਕੇ ਪਾਣੀ ਤੇ ਮਿੱਟੀ। ਕਿਉਂਕਿ ਜਿਹੜੀ ਪਾਣੀ ਹੈ, ਪਾਣੀ ਦੀ ਗਗਰੀ ਭਰੀ ਇਹਦੇ ਵਿੱਚ, ਤੇ ਮਿੱਟੀ ਦੇ ਵਿੱਚ ਸਾਰਾ ਪਾਣੀ ਲਪੇਟਿਆ ਆ। ਦੇ ਵਿਲ ਟੇਕ ਅ ਲੋਟ ਆਫ ਟਾਈਮ ਟੂ ਐਕਚੁਅਲੀ ਜਿਹੜਾ ਹੈਗਾ ਤੱਤਾਂ ਵਿੱਚ ਵਾਪਸ ਵਿਲੀਨ ਹੋਣ ਵਾਸਤੇ। ਉੱਥੇ ਫਿਰ ਸੁਸਾਇਟੀ ਇੰਟਰਵੀਨ ਕਰਦੀ ਹੈ। ਪਤਾ ਹੈ ਵੀ ਹੁਣ ਨਾ ਹਵਾ ਤੱਤ ਰਹਿ ਗਿਆ, ਨਾ ਅਗਨ ਤੱਤ ਰਹਿ ਗਈ ਇਹਦੇ ਵਿੱਚ, ਨਾ ਇਹ ਸਾਹ ਲੈ ਪਾ ਰਿਹਾ, ਨਾ ਇਹਦੇ ਵਿੱਚ ਹੁਣ ਸ਼ਰੀਰ ਠੰਡਾ ਹੋ ਗਿਆ, ਹੁਣ ਤੇ ਖਤਮ ਹੋ ਗਿਆ। ਹੁਣ ਕੀ ਆ? ਹੁਣ ਭਾਈ ਭਾਵੇਂ ਇਹਨੂੰ ਸਪੁਰਦੇ ਖਾਕ ਕਰ ਦਿਓ, ਬਰੀਡ ਕਰ ਦਿਓ, ਭਾਵੇਂ ਸਪੁਰਦੇ ਆਤਿਸ਼ ਕਰ ਦਿਓ, ਕ੍ਰਿਮੀਨੇਟ ਕਰ ਦਿਓ, ਵਿਸ਼ਵਾਸ ਦੇ ਮੁਤਾਬਕ। ਕੁਝ ਲੋਕ ਪਾਣੀ 'ਚ ਡੋਲ ਦਿੰਦੇ ਨੇ, ਕੁਝ ਲੋਕ ਪਾਰਸੀ ਜਿਵੇਂ ਹੈਗੇ ਨੇ, ਇੱਕ ਪੱਥਰ ਤੇ ਸੱਟ ਦਿੰਦੇ ਨੇ, ਸ਼ਿਲਾ ਤੇ ਉਹ ਸਾਰਾ ਕੁਛ। ਬਟ ਦੇ ਹੈਵ ਟੂ ਇੰਟਰਵੀਨ, ਤਾਂ ਕਿ ਇਹ ਤੱਤ ਜਿਹੜੇ ਨੇ ਤੱਤਾਂ ਵਿੱਚ ਵਿਲੀਨ ਹੋ ਜਾਣੇ ਸਰੂਪ ਦੇ ਅੰਦਰ। ਹੁਣ ਜਦੋਂ ਇਹ ਚੀਜ਼ ਹੁੰਦੀ ਹੈ, ਜਿਸ ਦੇਖੋ ਤੁਸੀਂ ਸਰੀਰ ਨੂੰ ਇੰਨਾ ਪਿਆਰ ਕਰਦੇ ਹੋ, ਸਨੇਹ ਕਰਦੇ ਹੋ, ਖਲੂਸ ਮੁਹੱਬਤ ਇੰਨੀ ਜ਼ਿਆਦਾ, ਅਲਟੀਮੇਟਲੀ ਹੁਣ ਕੀ ਹੈ? ਹੁਣ ਤੁਸੀਂ ਆਪਣੇ ਹੱਥਾਂ ਨਾਲ ਉਹਨੂੰ ਵਿਦਾ ਕਰਦੇ ਹੋ। ਕਿੰਨਾ ਦੁੱਖ ਆ, ਕਿੰਨੀ ਵੇਦਨ ਆ। ਇਸ ਵੇਦਨ ਨੂੰ ਬੰਦਾ ਕਿਵੇਂ ਟੋਲਰੇਟ ਕਰੇ, ਕਿਵੇਂ ਡਾਈਜੈਸਟ ਕਰੇ, ਕਿਵੇਂ ਪ੍ਰੋਸੈਸ ਕਰੇ? ਜਿਵੇਂ ਸ਼ਬਦ ਮੈਂ ਕਹਿ ਰਿਹਾ ਸੀ, ਰਾਗੀ ਗਾ ਰਹੇ ਸੀ ਉੱਥੇ ਵੀਰ, ਕਿ ਜਲ ਕੀ ਭੀਂਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ। ਸਰੀਰ ਦੀ ਬੰਤਰ ਐਕਸਪਲੇਨ ਹੋ ਰਹੀ ਹੈ। हार्ड मास नारी को पिंजर पंखी बसे बेचारा, प्राणी क्या मेरा क्या तेरा। हुण उस जिहड़ा बंदे दा निजी नुकसान है ना, बंदा बड़ा सैल्फिश लैवल ते देख रहा, बड़ा कह रहा भी सी ना, बड़ा मेरा जिहड़ा हैगा मेरा नुकसान होया इस रूप दे विच। गुरबाणी पढ़दे आ, सुनदे आ, गुरबाणी उन्हें यूनीवर्सल लैवल ते लै आउंदी है। गुरबाणी कहंदी है कला तेरे नाल नहीं होया, ये मदर नेचर दा ला आ, यूनीवर्सल है। ਜਦੋਂ ਬੰਦਾ ਉਸ ਲੈਵਲ ਤੇ ਆ ਜਾਂਦਾ ਹੈ, ਪੇਨ ਘਟ ਜਾਂਦੀ ਹੈ। ਪਤਾ ਲੱਗਦਾ ਹੈ ਮੈਂ ਕਿਉਂ ਕੁਰਲਾ ਰਿਹਾ, ਮੈਂ ਕਿਉਂ ਰੋ ਰਿਹਾ, ਤੇ ਲਾ ਆ ਵੱਡਾ। ਜਦੋਂ ਮੈਂ ਬਦਲ ਹੀ ਨਹੀਂ ਸਕਦਾ, ਜਦੋਂ ਮੈਂ ਇਹਦੇ 'ਚ ਕੁਝ ਚੇਂਜ ਲਿਆ ਹੀ ਨਹੀਂ ਸਕਦਾ, ਜਦੋਂ ਇਸ ਨੂੰ ਇਸੇ ਤਰੀਕੇ ਨਾਲ ਚੱਲਣਾ ਆ,
ਤਾਂ ਮੈਂ ਇਹਦੇ 'ਚ ਕਾਹਦਾ ਗਮ ਰੱਖਾਂ, ਇਹਦੇ ਲਈ ਕਾਹਦੇ ਮੈਂ ਡਿਪਰੈਸ਼ਨ ਵਿੱਚ ਜਾਵਾਂ, ਕਾਹਦੇ ਲਈ ਡਿਪਰੈਸਿਵ ਹੋ ਜਾਵਾਂ ਮੈਂ। ਇੱਕ ਚੀਜ਼ ਆ ਗਈ, ਸੇਮ ਵੇ ਖੁਸ਼ੀ ਨਾਲ ਆ ਜਾਓ। ਹੁਣ ਜੇ ਚੰਗਾ ਸਰੀਰ ਦੇ ਦਿੱਤਾ, ਸਰੀਰ ਦੀ ਸਮਰੱਥਾ ਦੇ ਨਾਲ ਕੁਝ ਅਚੀਵ ਕਰ ਲਿਆ, ਕੁਝ ਪ੍ਰਾਪਤ ਕਰ ਲਿਆ, ਮੈਂ ਇਤਨਾ ਸੈਲਫ ਸੈਂਟਰਡ ਹੋ ਕੇ ਇਹਨੂੰ ਆਪਣੇ ਨਾਂ ਨਾਲ ਕਿਉਂ ਲਿਖ ਰਿਹਾ ਵਾਂ? ਇਹ ਤੇ ਹੋਣਾ ਹੀ ਐਵੇਂ ਸੀਗਾ। ਮਦਰ ਨੇਚਰ ਨੇ ਜੇ ਐਨਰਜੀ ਦਿੱਤੀ ਹੈ, ਐਨਰਜੀ ਕਿਸੇ ਪਰਫਾਰਮੈਂਸ ਵਿੱਚ ਕਨਵਰਟ ਹੋ ਗਈ ਹੈ, ਇਹ ਤੇ ਉਹਦੀ ਮਾਇਆ ਆ, ਇਹ ਤੇ ਉਹਦਾ ਰੰਗ ਆ ਸਾਰਾ। ਫਿਰ ਇੱਥੇ ਜਾ ਕੇ ਬੰਦਾ ਅਹਿਸਾਸ ਦਾ ਆ, ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ, ਗਾਵੈ ਕੋ ਤਾਣ ਹੋਵੇ ਕਿਸੇ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਉਹਦੀ ਦਾਤ ਜਾਣ ਕੇ, ਨਿਸ਼ਾਨੀ ਜਾਣ ਕੇ ਗਾਉਂਦਾ ਬੰਦਾ। ਜੇ ਕੋਈ ਕਹਿੰਦਾ ਭਾਈ ਕਮਾਲ ਹੈ, ਵੀ ਰੁਤਬਾ ਬੜਾ ਤੇਰਾ, ਬੜਾ ਮਰਾਤਬਾ ਬਈ ਤੇਰਾ, ਸਾਹਿਬ ਕਹਿੰਦੇ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ। ਰੰਗ ਪਰੰਗਨ ਏਕ ਨ ਜਾਪੁਨ ਕਰਤਬਾ। ਅਨੇਕਾਂ ਰੰਗ ਪਰੰਗ ਨੇ, ਇਹ ਤੇ ਕੁਛ ਵੀ ਨਹੀਂ। ਮਤਲਬ ਇਹ ਵੀ ਕਿਹਾ ਗਿਆ, ਬੰਦਾ ਜਦੋਂ ਆਪਣੀ ਕਿਸੇ ਪ੍ਰਾਪਤੀ ਦੇ ਨਾਲ ਬਹੁਤ ਗੁਮਾਨ ਕਰੇ ਤੇ ਕਹੇ ਵੀ ਵਾਹ ਮੈਂ ਤੇ ਬਹੁਤ ਅਚੀਵ ਕਰ ਲਿਆ, ਫਿਰ ਕਹਿੰਦੇ ਉਹਦੀ ਰੋਕ ਹੋ ਜਾਂਦੀ, ਉਸ ਤੋਂ ਅੱਗੇ ਨਹੀਂ ਜਾ ਸਕਦਾ। ਇੱਥੇ ਤੇ ਇਹ ਆ, ਬਹੁਤ ਕੁਝ ਅਚੀਵ ਕਰਕੇ ਵੀ ਅਜੇ ਕੁਛ ਵੀ ਨਹੀਂ ਅਚੀਵ ਕੀਤਾ। ਕਰਤਾਰ ਦੇ ਘਰ ਕਮੀ ਥੋੜਾ ਹੈ। ਰੰਗ ਪਰੰਗ ਅਨੇਕ ਨਾ ਜਾਪੁਨ ਕਰਤਬਾ। ਉਹਦੇ ਕਰਤਬ, ਉਹਦੇ ਕੌਤਕ, ਉਹਦੀਆਂ ਕਰਾਮਾਤਾਂ ਵੀ ਗਾਹਾਂ ਤੋਂ ਗਾਹਾਂ ਨੇ। ਇਹ ਜਿਹੜੀ ਚੀਜ਼ ਆ, ਇਹ ਫਿਰ ਤੇਰਾ ਘਰ ਆਨੰਦ ਵਧਾਈ ਤੁਧ ਕਰ, ਕਿਉਂਕਿ ਮੈਂ ਉਹਦਾ ਆ, ਉਹਦਾ ਰੂਪ ਮੇਰੇ ਵਿੱਚ ਰਵ ਰਿਹਾ, ਸੰਸਾਰ ਵਿੱਚ ਰਵ ਰਿਹਾ। ਤੇ ਉਸ ਬੇਅੰਤ ਦੇ ਘਰ ਕਮੀ ਥੋੜਾ ਹੈ ਕੋਈ। ਇੱਥੇ ਫਿਰ ਖੁਸ਼ੀ ਕਿਸੇ ਇੱਕ ਬਾਕਸ ਵਿੱਚ ਨਹੀਂ ਬੰਦ ਹੁੰਦੀ, ਇਹ ਵੱਡੀ ਯੂਨੀਵਰਸਲ ਹੋ ਜਾਂਦੀ ਹੈ। ਤੇ ਕੱਲੀ ਯੂਨੀਵਰਸਲ ਐਵੇਂ ਨਹੀਂ ਹੁੰਦੀ। ਬੰਦਾ ਇਹਦੀ ਜਿਹੜੀ ਪ੍ਰਾਪਤੀ ਹੈ, ਆਈਡੈਂਟਿਟੀ ਹੈ, ਉਹ ਵੀ ਕੱਲੀ ਆਪਣੇ ਨਾਲ ਰਿਲੇਟ ਨਹੀਂ ਕਰਦਾ, ਉਹ ਵੀ ਕੱਲੀ ਆਪਣੇ ਨਾਲ ਨਹੀਂ ਜੋੜਦਾ। ਉਹ ਕਹਿੰਦਾ ਵੀ ਕਰਤਾਰ ਦੀ ਹੈ, ਇਹ ਵੀ ਉਸ ਮਾਲਕ ਦੀ ਤਰਸ ਦੀ ਦਾਤ ਆ। ਇੱਥੇ ਗੁਰੂ ਬਾਬਾ ਜੀ ਨੇ ਜਿਹੜੀ ਬਾਤ ਕੀਤੀ ਹੈ, ਮਹਾਰਾਜ ਬਿਆਨ ਕਰਦੇ, ਅਨੰਦ ਬਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰਾ ਰਾਮ। ਹੁਣ ਸਦਾ ਮੰਗਲ ਹੈ, ਹੁਣ ਕਦੀ ਵੀ ਕੋਈ ਕਮੀ ਖਾਮੀ ਹੈ ਹੀ ਨਹੀਂ ਗੀ, ਕਿਉਂਕਿ ਉਸ ਦੇ ਨਾਲ ਜੁੜ ਗਏ ਆ ਜਿਹਨੇ ਜੀਵਨ ਦੀਆਂ ਖੁਸ਼ੀਆਂ ਦੀ ਇੰਤਹਾ ਕਰ ਦਿੱਤੀ ਹੈ। ਤੇ ਮੈਂ ਹੁਣ ਇਹਦੇ ਤੇ ਆਪਣੀਆਂ ਮੋਹਰਾਂ ਲਾਉਂਦਾ ਹੀ ਨਹੀਂਗਾ। ਮੈਨੂੰ ਲੱਗਦਾ ਹੈ ਇਹ ਉਹਦੀ ਦਾਤ ਆ। ਅਗਲਾ ਬਚਨ ਹੈ, ਆਪਨੜੈ ਪ੍ਰਭ ਆਪ ਸ਼ਿੰਗਾਰੀ, ਸ਼ੋਭਾਵੰਤੀ ਨਾਰੇ ਰਾਮ। ਆਪਨੜੈ ਪ੍ਰਭ ਆਪ ਸ਼ਿੰਗਾਰੀ। ਸ਼ਿੰਗਾਰ ਸਾਡੇ ਸੰਸਾਰ 'ਚ ਸਮਝ ਆਉਣ ਵਾਲਾ ਲਫ਼ਜ਼ ਹੈ, ਜਿਸ ਨੂੰ ਅਸੀਂ ਕਹਿ ਲਓ ਕਿ ਅਸੀਂ ਕਿਸੇ ਚੀਜ਼ ਨੂੰ ਉਹਦਾ ਮੇਕਅਪ ਕਰਦੇ ਹਾਂ, ਉਹਨੂੰ ਡਿਵੈਲਪ ਕਰਦੇ ਹਾਂ, ਉਸ ਨੂੰ ਹਾਇਰ ਲੈਵਲ 'ਤੇ ਲੈ ਆਉਂਦੇ ਹਾਂ। ਜਿਹੜਾ ਹਿਊਮਨ ਬੀਇੰਗ ਆ, ਜਦੋਂ ਇਸ ਨੂੰ ਅਸੀਂ ਕਿਸੇ ਘਾੜਤ ਵਿੱਚ, ਕਿਸੇ ਖਾਸ ਸਟਰਕਚਰ ਡਿਸਿਪਲਿਨ ਵਿੱਚ ਪਾਉਂਦੇ ਆ, ਤੇ ਇਹਦੇ ਕੋਲ ਫਿਰ ਵਰਚੂਜ਼ ਆਉਂਦੇ ਨੇ, ਕੁਆਲਿਟੀਜ਼ ਆਉਂਦੀਆਂ ਨੇ, ਖੂਬੀਆਂ ਆਉਂਦੀਆਂ ਨੇ ਜੀਵਨ ਦੀਆਂ। ਤੇ ਖੂਬੀਆਂ ਨੂੰ ਮਾਣ ਹੈ ਭਾਈ, ਖੂਬੀਆਂ ਨੂੰ ਸਤਿਕਾਰ ਹੈ। ਇਹ ਸੰਸਾਰ, ਗੁਰਮਤ ਦਾ ਸਕੂਲ ਬੜਾ ਕਲੀਅਰ ਹੈ। ਦੋ ਚੀਜ਼ਾਂ ਨੂੰ ਹੀ ਧਰਤੀ ਦੇ ਉੱਤੇ ਤੁਸੀਂ ਵੱਡਿਆਂ ਹੁੰਦਿਆਂ ਦੇਖ ਸਕਦੇ ਹੋ, ਇੱਕ ਗੁਣ ਨੂੰ, ਦੂਸਰੇ ਗੁਨਾਹ ਨੂੰ। ਬੰਦਾ ਦੋ ਚੀਜ਼ਾਂ ਨਾਲ ਰਿਜ਼ਕ ਆਫਰੀਨ ਹੁੰਦਾ ਆ। ਗੁਣ ਗ੍ਰਹਿਣ ਕਰ ਲਵੇ ਤਾਂ ਵੀ ਰਿਜ਼ਕ ਆਫਰੀਨ ਹੋਏਗਾ, ਕਿਉਂਕਿ ਗੁਣ ਦੇ ਪਿੱਛੇ ਪ੍ਰਾਪਤੀ ਸੰਸਾਰ ਦੀ ਪਰਛਾਵਾਂ ਬਣ ਕੇ ਤੁਰਦੀ ਹੈ। ਹਾਂ, ਗੁਨਾਹ ਕਰਨ ਲਈ ਵੀ ਤਿਆਰ ਹੋ ਜਾਏ, ਉਹਦੇ ਪਿੱਛੇ ਵੀ ਤੁਰ ਪੈਂਦੀ ਹੈ। ਇਹ ਕਿਉਂਕਿ ਲਾ ਇਸ ਕਿਸਮ ਦਾ ਕੁਦਰਤ ਦਾ ਬਣਿਆ ਹੋਇਆ। ਜੇ ਬੰਦੇ ਨੇ, ਹੁਣ ਸਪੋਜ਼ ਕਰੋ, ਆਪ ਦੇਖੋਗੇ, ਮਤਲਬ ਤੁਸੀਂ ਰਾਜਸੀ ਲੋਕਾਂ ਨੂੰ ਦੇਖੋ, ਰਾਜੇ ਮਹਾਰਾਜੇ ਜਿਹੜੇ ਨੇ, ਆਪਾਂ ਭਾਰਤੀ ਖਿੱਤੇ ਦੀ ਹਾਲਤ ਵਿੱਚ ਦੇਖਦੇ ਆ। ਮੁਗਲ ਐਮਪਾਇਰ ਸਟੈਬਲਿਸ਼ ਹੁੰਦੀ ਹੈ, ਉਹ ਕਈ 100 ਸਾਲ ਇਸ ਤਰੀਕੇ ਨਾਲ ਚੱਲਦੀ ਹੈ। ਜੇ ਉਹਨਾਂ ਦਾ ਅਸੀਂ ਪਿੱਛੇ ਲੇਖਾ ਜੋਖਾ ਫੋਲਦੇ ਹਾਂ, ਪਤਾ ਲੱਗਦਾ ਕਿੰਨਾ ਜ਼ੁਲਮ ਕੀਤਾ ਉਹਨਾਂ ਨੇ, ਕਿੰਨੇ ਗੁਨਾਹ ਕੀਤੇ। ਉਹਨਾਂ ਗੁਨਾਹਾਂ ਦੇ ਸਦਕਾ ਰਾਜ ਸੱਤਾ ਮਿਲੀ। ਠੀਕ ਹੈ, ਵਕਤੀ ਤੌਰ ਤੇ ਰਾਜ ਸੱਤਾ ਤੇ ਮਿਲ ਗਈ, ਭੋਗੀ ਵੀ। ਪਰ ਅੱਜ ਹਿਸਟਰੀ ਦੇ ਕਿਸ ਚੈਪਟਰ ਦਾ ਹਿੱਸਾ ਨੇ ਉਹ? ਹਿਸਟਰੀ ਦੇ ਡਸਟਬਿਨ 'ਚ ਉਹਨੂੰ ਲੋਕੀ ਯਾਦ ਕਰਦੇ ਨੇ, ਜਾਂ ਉਹਨਾਂ ਨੂੰ ਹਿਸਟਰੀ ਦੇ ਗੋਲਡਨ ਐਰਾ ਦੇ ਵਿੱਚ ਯਾਦ ਕਰਦੇ ਨੇ? ਡੈਫੀਨੇਟਲੀ ਉਹਨਾਂ ਦੇ ਗੁਨਾਹ, ਉਹਨਾਂ ਦੀਆਂ ਸਭ ਚੀਜ਼ਾਂ ਨਾਲ ਨੇ। ਇੱਕ ਲੈਵਲ ਐਸਾ ਵੀ ਹੈ, ਲੋਕ ਆਪਣੇ ਆਪ ਨੂੰ ਉਹਨਾਂ ਨਾਲ ਐਸੋਸੀਏਟ ਨਹੀਂ ਕਰਨਾ ਚਾਹੁੰਦੇ। ਕੌਣ ਕਰਨਾ ਚਾਹੇਗਾ? ਕਿਉਂਕਿ ਉਹਦੇ ਵਿੱਚੋਂ ਮਿਲੇਗਾ ਕੀ? ਦੂਸਰੇ ਪਾਸੇ ਆਪਾਂ ਇਹ ਵੀ ਦੇਖਦੇ ਹਾਂ ਆਪਣੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ, ਹਾਲਾਂਕਿ ਜੇ ਆਪਾਂ
ਸਿੱਖ ਸਮਾਜ ਦੀ ਗੱਲ ਕਰਦੇ ਹਾਂ, ਸਾਡੇ ਕੋਲ ਮਿਸਲਾਂ ਦਾ ਦੌਰ ਆਉਂਦਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਦੌਰ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਲਾਹੌਰ ਦੇ ਵਿੱਚ ਹਕੂਮਤ ਸਥਾਪਿਤ ਕਰਦਾ ਆ, ਉਹ ਬਾਦਸ਼ਾਹਤ ਜਿਹੜੀ ਹੈ ਉਸ ਨੂੰ ਲਿਆਉਂਦਾ ਉੱਥੇ। ਪਰ ਅਜੇ ਤੱਕ ਵੀ ਮਤਲਬ ਤੁਸੀਂ ਨਿਊਟਰਲ ਰਿਸੋਰਸਿਸ ਛੱਡ ਦਿਓ। ਨਿਊਟਰਲ ਰਿਸੋਰਸਿਸ ਦੇ ਵਿੱਚ ਰੀਸੈਂਟਲੀ BBC ਨੇ ਇੱਕ ਬੜੀ ਵੱਡੀ ਜਿਹੜੀ ਹੈ ਰਿਸਰਚ ਕੰਡਕਟ ਕੀਤੀ ਸੀ ਕਿ ਇਹ ਦੇਖੋ ਵੀ ਪੁਰਾਣੇ ਸਮੇਂ ਦੇ ਵਿੱਚ, ਅੱਜ ਤੋਂ ਜੇ ਅਸੀਂ ਪਿਛਲੇ ਦੌਰ ਵਿੱਚ ਚਲੇ ਜਾਈਏ, ਮੈਡੀਵਲ ਪੀਰੀਅਡ ਜਾਂ ਪੋਸਟ ਮੈਡੀਵਲ ਪੀਰੀਅਡ ਦੇ ਵਿੱਚ ਆ ਜਾਈਏ, ਕੁਝ ਇਹੋ ਜਿਹਾ ਕੋਈ ਰਾਜਾਸ਼ਾਹੀ, ਇਹੋ ਜਿਹਾ ਕੋਈ ਰਾਜਤੰਤਰ ਪ੍ਰਬੰਧ ਲੱਭੋ ਜਿਹਦੇ 'ਚ ਤੁਹਾਨੂੰ ਉਹ ਵੈਲਿਊਜ਼ ਲੱਗਣ ਜਿਹੜੀਆਂ ਅੱਜ ਅਸੀਂ ਪੋਸਟ ਮਾਡਰਨ ਪੀਰੀਅਡ ਵਿੱਚ ਵੀ ਨਹੀਂ ਦੇਖ ਪਾ ਰਹੇ। ਕੋਈ ਇਹੋ ਜਿਹਾ ਹੈਗਾ ਉਹਦੇ 'ਚ ਜਿਹਨੂੰ ਅਸੀਂ ਸਭ ਤੋਂ ਵੱਡੀ ਗੱਲ ਅਸੀਂ ਕਹਿੰਦੇ ਹੈਗੇ ਆ, ਖਾਸ ਕਰਕੇ ਜਿੱਥੇ ਬਿਲਕੁਲ ਜਿਹਨੂੰ ਵੈਲਿਊ ਬੇਸਡ ਸਿਸਟਮ ਕਹਿ ਲਵੋ, ਜਿਹਦੇ ਵਿੱਚ ਇੱਕ ਤਰ੍ਹਾਂ ਦੀ ਕਹਿ ਲਓ ਕਿ ਕੋਈ ਬਾਇਸ ਜਾਂ ਰਿਲੀਜਨ ਦੀ ਸਾਈਡ ਤੋਂ, ਰੇਸ ਦੀ ਸਾਈਡ ਤੋਂ, ਇਹ ਸਭ ਚੀਜ਼ਾਂ ਤੋਂ ਨਿਊਟਰਲ ਹੋ ਜਾਏ ਕੋਈ ਚੀਜ਼। ਤੇ ਉਹਨਾਂ ਕਿਹਾ ਹਾਂ ਭਾਈ ਇੱਕ ਚੀਜ਼ ਹੈ ਇੱਥੇ, ਉਹ ਕਿਹੜੀ ਹੈ? ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਜਿਹਦੇ 'ਚ ਦੇਖਿਆ ਗਿਆ ਮਤਲਬ ਇੱਕ ਸਿੱਖ ਹੋ ਕੇ ਬਾਦਸ਼ਾਹ ਬੈਠਾ ਆ, ਜਿਹੜਾ ਸਿੱਖ ਕੋਡ ਆਫ ਕੰਡਕਟ ਆ ਕੋਈ ਪ੍ਰਜਾ ਤੇ ਲਾਗੂ ਨਹੀਂ ਕੀਤਾ ਗਿਆ ਫੋਰਸਫੁਲੀ, ਕਿਸੇ ਬਿਲਕੁਲ ਵੀ ਨਹੀਂ। ਸਾਰਿਆਂ ਨੂੰ ਫਰੀਡਮ ਆ ਆਪੋ ਆਪਣੇ ਬਿਲੀਫ ਸਿਸਟਮ ਨੂੰ ਪਾਲਣ ਦੀ। ਇਹ ਉਸ ਖਿੱਤੇ 'ਚ ਬਿਲਕੁਲ ਨਵੀਂ ਗੱਲ ਸੀਗੀ। ਇੱਥੇ ਹੀ ਬਸ ਨਹੀਂ, ਜਦੋਂ ਕਿਤੇ ਵਜ਼ੀਰ ਅਹੁਦੇ ਦੇਣ ਦੀ ਗੱਲ ਵੀ ਆਈ, ਉਹਦੇ ਵਿੱਚ ਵੀ ਗੁਣਾਂ ਦੇ ਹਿਸਾਬ ਨਾਲ ਦਿੱਤਾ ਗਿਆ। ਮਤਲਬ ਪੂਰੀ ਰਿਆਇਆ ਦੇ 'ਚ ਇਹੋ ਜਿਹਾ ਕੋਈ ਜ਼ੁਲਮ ਨਹੀਂ ਜਿਹਨੂੰ ਅੱਜ ਅਸੀਂ ਕਹਿੰਦੇ ਹੈਗੇ ਆ ਕਿ ਇੱਕ ਸੈਕੂਲਰ ਸਿਸਟਮ ਨੂੰ ਬਿਲਡ ਕਰਨਾ, ਉਹ ਸਾਡੇ ਸਾਹਮਣੇ ਆਇਆ ਉਹ ਸਾਰੇ ਰੂਪ ਦੇ ਵਿੱਚ। ਪਰ ਇਹ ਸਭ ਚੀਜ਼ਾਂ ਜਿਹੜੀਆਂ ਨੇ ਇਹ ਕਿੱਥੋਂ ਆਈਆਂ? ਕਿਉਂਕਿ ਗੁਣਾਂ ਦੇ ਰੂਪ ਦੇ ਵਿੱਚ ਜਦੋਂ ਗੁਣ ਕਮਾਉਂਦੇ ਗਏ, ਗੁਣਾਂ ਦੇ ਲੈਵਲ ਤੇ ਇੱਕ ਮਨੁੱਖਾਂ ਦਾ ਹਜੂਮ ਖੜਾ ਹੋ ਗਿਆ, ਤੇ ਹੋਇਆ ਕਿ ਉਹਨਾਂ ਨੂੰ ਸਾਰੀ ਪ੍ਰਾਪਤੀ ਹੋਈ। ਉਸ ਪ੍ਰਾਪਤੀ ਨੂੰ ਅੱਜ ਵੀ ਅਸੀਂ ਭੋਗ ਰਹੇ ਹਾਂ, ਅੱਜ ਵੀ ਅਸੀਂ ਮਾਣ ਰਹੇ ਹਾਂ ਉਸ ਰੂਪ ਦੇ ਵਿੱਚ। ਗੁਰੂ ਬਾਬਾ ਜੀ ਬਿਆਨ ਕਰਦੇ ਕਿ ਖੁਸ਼ੀ ਇਹ ਹੈ, ਕਈ ਵਾਰ ਇਹ ਵੀ ਹੁੰਦਾ ਆ ਬੰਦਾ ਕਿਸੇ ਤੋਂ ਖੋ ਕੇ, ਕਿਸੇ ਨੂੰ ਲੁੱਟ ਕੇ, ਕਿਸੇ ਨੂੰ ਕੁੱਟ ਕੇ ਕੁਝ ਚੀਜ਼ਾਂ ਬਣਾ ਲੈਂਦਾ, ਇਕੱਠੀਆਂ ਕਰ ਲੈਂਦਾ ਹੈ, ਪਰ ਲੌਂਗ ਰਨ ਦੇ ਵਿੱਚ ਉਹ ਖੁਸ਼ੀ ਨਹੀਂ ਦਿੰਦੀਆਂ, ਬਲਕਿ ਉਹਨਾਂ ਦੀ ਜਿਹੜੀ ਸੀਕ ਆ, ਜਿਹੜੀ ਪੀੜ ਆ, ਉਹ ਲਗਾਤਾਰ ਹੁੰਦੀ ਰਹਿੰਦੀ ਹੈ। ਆਪਾਂ ਬ੍ਰਿਟਿਸ਼ ਉਸ ਰੂਲਸ ਦੇ ਅੰਡਰ ਜੋ ਕੁਝ ਸਟੈਬਲਿਸ਼ ਕੀਤਾ ਗਿਆ ਵੈਸਟਰਨ ਵਰਲਡ ਤੋਂ ਤੇ ਪੂਰੀ ਦੁਨੀਆ ਦੇ ਵਿੱਚ, ਅੱਜ ਵੀ ਦੇਖ ਰਹੇ ਹਾਂ ਨਾਰਥ ਅਮਰੀਕਾ ਵੀ ਉਹਦਾ ਪਾਰਟ ਰਿਹਾ। ਇੱਕ ਬ੍ਰਿਟਿਸ਼ ਰੂਲਿੰਗ ਸਿਸਟਮ ਨੇ ਇਹਨੂੰ ਸਟੈਬਲਿਸ਼ ਕੀਤਾ। ਅਸੀਂ ਅੱਜ ਕੱਲ੍ਹ ਲੋਕੀ ਕਹਿੰਦੇ ਨੇ ਕਿ ਅਸੀਂ ਪੋਸਟ ਕਲੋਨੀਅਲ ਪੀਰੀਅਡ 'ਚ ਜੀ ਰਹੇ ਹਾਂ ਅੱਜ, ਪਰ ਸੱਚਾਈ ਇਹ ਹੈ ਕਿ ਉਹਦੀ ਜਿਹੜੀ ਸਿੱਕ ਆ, ਜਿਹੜਾ ਉਹਦਾ ਦਰਦ ਆ, ਅੱਜ ਵੀ ਮਹਿਸੂਸ ਕੀਤਾ ਜਾਂਦਾ ਹੈ। ਐਬਰੀਜਨਲ ਕਮਿਊਨਿਟੀਜ਼ ਅੱਜ ਵੀ ਇੱਥੇ ਲੋਕ ਬਿਆਨ ਕਰਦੀ ਹੈ ਸਭ ਚੀਜ਼ਾਂ ਦੇ ਇਸ ਰੂਪ ਦੇ ਵਿੱਚ। ਮੈਂ ਤਾਂ ਅੱਜ ਹੀ CBC ਦੇ ਉੱਤੇ ਕੁਝ ਸੁਣ ਰਿਹਾ ਸੀਗਾ, ਤੇ ਇਹਨਾਂ ਨੇ ਜੋ ਚਾਈਨਾ ਦੇ ਖਿਲਾਫ ਉਹ ਜਿਹੜਾ ਹੈਗਾ ਕੁਝ ਇਕਨੋਮਿਕਲ ਅਸੈਂਸ਼ਨਸ ਵਗੈਰਾ ਲਗਾਉਣ ਦੀ ਗੱਲ ਕੀਤੀ, ਕੁਝ ਉੱਥੇ ਮੁਸਲਮਾਨ ਜਿਹੜੇ ਨੇ ਉਹਨਾਂ ਦੇ ਬਾਬਤ ਗੱਲਬਾਤ ਆਵਾਜ਼ ਚੁੱਕੀ, ਤੇ ਉਹਦੇ ਉੱਤੇ ਹੀ ਜਿਹੜੇ ਕੁਝ ਐਬਰੀਜਨਲਸ ਐਕਟਿਵਿਸਟ ਹੈਗੇ ਨੇ ਉਹ ਕਹਿ ਰਹੇ ਸੀਗੇ ਕਿ ਇਹ ਹਿਪੋਕ੍ਰੇਸੀ ਹੈ। ਇੱਥੇ ਸਾਡੇ ਨਾਲ ਕੀ ਕਰ ਰਹੇ ਨੇ, ਉੱਥੇ ਇਹ ਉਹਨਾਂ ਦੀਆਂ ਗੱਲਾਂ ਕਰਦੇ ਨੇ, ਪਹਿਲਾਂ ਸਾਡਾ ਜਿਹੜਾ ਹੈਗਾ ਉਹ ਸੌਰਟ ਆਊਟ ਕਰਨ ਪ੍ਰੋਪਰਲੀ। ਸੋ ਇਹੋ ਜਿਹੀਆਂ ਬਾਤਾਂ ਦਾ ਪਤਾ ਲੱਗਦਾ ਹੈ ਕਿ ਇਹ ਚੀਜ਼ਾਂ ਅਜੇ ਤੱਕ ਵੀ ਸਿੱਕ ਦਿੰਦੀਆਂ, ਦੁੱਖ ਦਿੰਦੀਆਂ। ਮਗਰ ਹਾਂ, ਭਾਵੇਂ ਕਿ ਥੋੜ੍ਹੇ ਜਿਹੇ ਦੌਰ ਦੇ ਵਿੱਚ ਉਹ ਸਿੱਖ ਸਟੈਬਲਿਸ਼ਮੈਂਟ ਨੂੰ ਅਸੀਂ ਦੇਖਿਆ ਆ, ਐਟਲੀਸਟ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਦਾਗ ਮੱਥੇ ਤੇ ਲੁਕਾਉਣ ਦੀ ਲੋੜ ਨਹੀਂ ਹੈ। ਕਿਹਾ ਵੀ ਨਹੀਂ ਜਾ ਸਕਦਾ ਇਹ ਚੀਜ਼ ਹੋਈ ਹੈ। ਹਾਂ, ਜਿਹੜੇ 8-10 ਸਾਲ ਦੀ ਬੁਰਛਾਗਰਦੀ ਅਸੀਂ ਦੇਖਦੇ ਆ, ਉਹਦੇ 'ਚ ਜ਼ਰੂਰ ਔਗਣ ਨੇ, ਪਰ ਉਹ ਔਗਣ ਵੀ ਆਪਣੀ ਬਰਬਾਦੀ ਲਈ ਜ਼ਿਆਦਾ ਜ਼ਿੰਮੇਵਾਰ ਬਣੇ ਨੇ। ਬਾਹਰ ਕਿਸੇ ਲਈ ਜਿਹੜਾ ਹੈ ਨੁਕਸਾਨ ਕੀਤਾ ਐਸਾ ਨਹੀਂਗਾ। ਉਹਦੇ ਰੂਟਸ ਜਿਹੜੇ ਨੇ ਉਹ ਵੀ ਫਿਰ ਬ੍ਰਿਟਿਸ਼ ਕਲੋਨੀਅਲ ਸਿਸਟਮ ਵਿੱਚੋਂ ਆ ਜਾਂਦੇ ਨੇ ਸਾਰੇ ਦੇ ਸਾਰੇ। ਮਗਰ ਗੁਰੂ ਬਾਬਾ ਜਿਹੜੀ ਇੱਥੇ ਬਾਤ ਕਰ ਰਹੇ ਨੇ, ਸਭ ਕਹਿੰਦੇ ਆਪਨ ਡੈ ਪ੍ਰਭ ਆਪ ਸ਼ਿੰਗਾਰੀ। ਰੂਹਾਨੀ ਤੌਰ ਤੇ ਜਦੋਂ ਬੰਦਾ ਆਪਣੇ ਜੀਵਨ ਨੂੰ ਸ਼ਿੰਗਾਰਦਾ ਆ, ਉਹਦੀ ਗੱਲ ਹੋ ਰਹੀ ਹੈ ਇਹਦੇ ਵਿੱਚ। ਸ਼ੋਭਾਵੰਤੀ ਨਾਰੇ, ਉਹ ਨਾਰੀ ਸ਼ੋਭਾਵੰਤੀ ਹੋ ਜਾਂਦੀ, ਉਹ ਰੂਹ, ਉਹ ਜੀਵਾਤਮਾ। ਐਂਡ ਆਫ ਦਾ ਡੇ ਤੇ ਇਹ ਬਾਡੀ ਵੀ ਲੈ ਜਾਣੀ, ਜਿਵੇਂ ਪਹਿਲਾਂ ਬਾਤ ਕੀਤੀ ਹੈ, ਸੋਲ ਰਹਿ ਜਾਣੀ ਇਕੱਲੀ। ਤੇ ਸੋਲ ਨੂੰ ਕਿੱਥੇ ਦੇਖੋਗੇ ਤੁਸੀਂ? ਉਹ ਨਾਰੀ ਜਿਹੜੀ ਹੈ, ਉਹ ਜਿਹੜੀ ਸੋਲ ਆ, ਉਹਨੂੰ ਫਿਰ ਸ਼ੋਭਾ ਮਿਲੇਗੀ। ਅਗਲਾ ਬਚਨ ਕਿਹਾ, ਸਹਿਜ ਸੁਭਾਏ ਭਏ ਕਿਰਪਾਲਾ, ਗੁਣ ਅਵਗਣ ਨਾ ਵਿਚਾਰਿਆ।
ਜੇ ਬੰਦਾ ਇਹ ਕਹੇ ਕਿ ਪ੍ਰਾਪਤੀ ਤੇ ਹੈ ਨਾ, ਫਿਰ ਜੇ ਬੰਦੇ ਨੇ ਉਸ ਹਾਇਰ ਲੈਵਲ ਦੇ ਆਨੰਦ ਨੂੰ ਮਾਣਿਆ ਤੇ ਤੁਸੀਂ ਕਹਿੰਦੇ ਹੋ ਕਿ ਸੈਲਫਿਸ਼ ਨਹੀਂ ਹੋਣਾ ਚਾਹੀਦਾ ਬੰਦੇ ਨੂੰ, ਜਾਂ ਸੈਲਫ ਸੈਂਟਰਡ ਅਪਰੋਚ ਨਹੀਂ ਅਡਾਪਟ ਕਰਕੇ ਜਾਂ ਉਸ ਕਿਸਮ ਦਾ ਕਲੇਮ ਨਹੀਂ ਕਰਨਾ ਚਾਹੀਦਾ। ਗੁਰੂ ਬਾਬਾ ਜੀ ਕਹਿੰਦੇ ਸਹਿਜ ਸੁਭਾਏ ਭਏ ਕਿਰਪਾਲਾ, ਇਹ ਤਰਸ ਹੈ ਅਕਾਲ ਪੁਰਖ ਵਾਹਿਗੁਰੂ ਦਾ। ਜਦੋਂ ਇਹ ਮਾਨਸਿਕਤਾ ਬੰਦੇ 'ਚ ਆ ਜਾਏ ਫਿਰ ਸਹਿਜ ਸੁਭਾਏ ਉਹ ਚੀਜ਼ ਆ ਜਾਂਦੀ ਹੈ, ਗੁਣ ਅਵਗੁਣ ਨਾ ਵਿਚਾਰਿਆ। ਇਹ ਵੀ ਨਹੀਂ ਕਹਿ ਸਕਦੇ ਕਿ ਮਨੁੱਖ ਦੇ ਵਿੱਚ ਮਨੁੱਖ ਇੱਕਦਮ ਪਾਕ ਸਾਫ਼ ਹੋ ਗਿਆ। ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਬਾਤ ਕੀਤੀ ਆ, ਕੁਝ ਹੋਰ ਸਿੱਖ ਸਰਦਾਰਾਂ ਦੀ ਬਾਤ ਕਰਦੇ ਆ, ਉਹ ਬਿਲਕੁਲ ਪਾਕ ਸਾਫ਼ ਹੋ ਗਏ। ਮਤਲਬ ਬੰਦਾ ਇੱਥੇ ਜਾ ਕੇ ਇਹ ਵੀ ਗੱਲ ਕਰ ਸਕਦਾ ਆ, ਸਾਡੀ ਫਿਰ ਰੇਸ ਜਿਹੜੀ ਏ ਇਹ ਦੂਜਿਆਂ ਨਾਲੋਂ ਪਿਓਰ ਹੋ ਗਈ। ਨਹੀਂ, ਐਸਾ ਕੁਛ ਨਹੀਂ ਹੈਗਾ, ਸਾਰੀ ਹਿਊਮਨ ਰੇਸ ਇੱਕ ਹੀ ਹੈ। ਫਿਰ ਉਹ ਇਹ ਐਸਾ ਅਮਲ ਕਿਵੇਂ ਕਰ ਗਏ? ਐਸਾ ਅਮਲ ਇਸ ਕਰਕੇ ਕਰ ਗਏ, ਕਰਤਾਰ ਦਾ ਤਰਸ ਹੋਇਆ। ਕੁਝ ਉਹਨਾਂ ਦੇ ਰੂਟਸ ਵਿੱਚੋਂ ਇਹੋ ਜਿਹੀ ਵਿਚਾਰ ਰਾਏ ਆਈ, ਇਹੋ ਜਿਹਾ এনवायरमेंट ਬਿਲਡ ਹੋ ਗਿਆ ਜਿਹਨੇ ਕਿਹਾ ਨਾ ਨਾ ਨਾ, ਆਪਾਂ ਉਸ ਹੰਕਾਰ ਗੁਮਾਨ ਦੀ ਦੁਨੀਆ 'ਚ ਨਹੀਂ ਜਾਣਾ। ਆਹ ਵਿਚਾਰ ਰਹਿ ਗਿਆ ਬਸ। ਅਦਰਵਾਈਜ਼ ਉਹ ਵੀ ਬੰਦਿਆਂ ਵਰਗੇ ਬੰਦੇ ਸੀਗੇ, ਉਹਨਾਂ 'ਚ ਜੋ ਆਮ ਵਰਗੀਆਂ ਕਮੀਆਂ ਖਾਮੀਆਂ ਸੀਗੀਆਂ। ਅਗਲਾ ਬਚਨ ਲਿਖਿਆ, ਕੰਠ ਲਗਾਏ ਲੀਏ ਜਨੇ ਆਪਣੇ ਰਾਮ ਨਾਮ ਉਰਤਾਰਿਆ। ਕਰਤਾਰ ਨੇ ਉਹਨਾਂ ਨੂੰ ਕੰਠ ਲਾ ਲਿਆ। ਕੰਠ ਲਾ ਲੈਣਾ, ਇਹਨੂੰ ਇਸ ਤਰ੍ਹਾਂ ਜਾਣੋ ਜਿਵੇਂ ਆਪਾਂ ਦੇਖਦੇ ਹਾਂ ਅੱਜ ਦਾ ਜਿਹੜਾ ਖਾਸ ਕਰਕੇ, ਕਿਉਂਕਿ ਅਸੀਂ ਬੜੇ ਨਿਊਕਲੀਅਰ ਫੈਮਿਲੀ এনवायरमेंट ਵਿੱਚ ਆ ਗਏ ਹਾਂ, ਬਲਕਿ ਹੁਣ ਤੇ ਪਲੈਟੀਨਮ ਫੈਮਿਲੀ ਮਾਡਲ ਆ ਗਿਆ। ਪਰ ਚਲੋ ਨਿਊਕਲੀਅਰ ਫੈਮਿਲੀ ਮਾਡਲ ਦੀ ਗੱਲ ਕਰੀਏ, ਜਾਂ ਤੇ ਬੰਦਾ ਫੈਮਿਲੀ ਲਾਈਫ ਵਿੱਚ ਜਾਂਦਾ ਨਹੀਂ, ਜੇ ਚਲਾ ਜਾਏ ਤੇ ਫਿਰ ਕੀ ਕਰਦਾ ਆ, ਬੜੀਆਂ ਹਾਇਰ ਐਕਸਪੈਕਟੇਸ਼ਨ ਨਾਲ ਜਾਂਦਾ। ਆਪਣੇ ਜਿਹੜਾ ਪਾਰਟਨਰ ਹੈ ਜਿਹਦੇ ਨਾਲ ਕੰਪੈਨੀਅਨਸ਼ਿਪ ਆ, ਉਹਦੇ ਕੋਲੋਂ ਵੀ ਬੜੀਆਂ ਐਕਸਪੈਕਟੇਸ਼ਨਸ ਹਾਈ ਹੋ ਜਾਂਦੀਆਂ। ਬੰਦਾ ਕਹਿੰਦਾ ਐਂਡ ਸਾਰਾ ਕੁਝ ਪਰਫੈਕਟ ਬਣਾਉਣਾ ਹੈ। ਹੁਣ ਉਹ ਜੇ ਅਗਾਂ ਕਿਤੇ ਬੱਚਿਆਂ ਦੀ ਜ਼ਿੰਦਗੀ ਸ਼ੁਰੂ ਹੋ ਜਾਂਦੀ, ਉਹਦੇ 'ਚ ਵੀ ਬੜਾ ਪਰਫੈਕਟ ਬਣਾਉਣਾ ਹੈ। ਤੇ ਸਾਡੇ ਇੱਥੇ ਅੰਗਰੇਜ਼ੀ 'ਚ ਇੱਕ ਲਿਟਰੇਚਰ 'ਚ ਇੱਕ ਸੇਇੰਗ ਹੈਗੀ ਏ ਕਿ ਬੈਸਟ ਇਜ਼ ਦਾ ਐਨਮੀ ਆਫ ਬੈਟਰ। ਮਤਲਬ ਜਿਹੜੀਆਂ ਚੀਜ਼ਾਂ ਕਿਸੇ ਤਰੀਕੇ ਦੇ ਨਾਲ ਠੀਕ ਰਹਿ ਸਕਦੀਆਂ ਨੇ, ਬੰਦਾ ਉਹਨਾਂ ਨੂੰ ਬਹੁਤੀਆਂ ਠੀਕ ਕਰਨ ਦੇ ਚੱਕਰ ਦੇ ਵਿੱਚ ਬਿਲਕੁਲ ਠੀਕ ਵੀ ਨਹੀਂ ਰਹਿਣ ਦਿੰਦਾ, ਉਹ ਬਿਲਕੁਲ ਖਰਾਬ ਹੋ ਜਾਂਦੀ ਆ। ਮਤਲਬ ਇਹ ਮਨੁੱਖ ਦੈਵੀ ਗੁਣਾਂ ਨੂੰ ਅਪਣਾਉਣ ਵਾਸਤੇ ਐਫਰਟ ਪਾ ਸਕਦਾ ਹੈ, ਮਨੁੱਖ ਦੇਵਤਾ ਨਹੀਂ ਬਣ ਸਕਦਾ। ਆਹ ਚੀਜ਼ ਚੇਤੇ ਰੱਖੀਏ। ਜਿੱਥੇ ਅਸੀਂ ਕਲੇਮ ਕਰਨੇ ਆ ਨਾ ਕਿ ਅਸੀਂ ਦੇਵਤੇ ਆ, ਜਾਂ ਅਸੀਂ ਕਹਿੰਦੇ ਕਿ ਅਸੀਂ ਦੇਵਤੇ ਬਣ ਜਾਵਾਂਗੇ, ਗੜਬੜ ਹੋ ਗਈ। ਇੱਥੇ ਤਾਂ ਗੁਰੂ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਵੱਡੀ ਹਸਤੀ ਕਿਹੜੀ ਹੋਏਗੀ ਜੀ? ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਜਦੋਂ ਗੁਰੂ ਸਾਹਿਬ ਇਹ ਗੱਲ ਕਰਦੇ ਵੀ ਅਸੰਖ ਚੋਰ ਹਰਾਮ ਖੋਰ, ਅਸੰਖ ਅਲਵੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਏ, ਅੱਗੇ ਜਾ ਕੇ ਕੀ ਲਿਖਦੇ? ਨਾਨਕ ਨੀਚ ਕਹਿ ਵਿਚਾਰ। ਬਾਬਾ ਜੀ ਐਵੇਂ? ਹਾਂ ਭਾਈ, ਆਪਣੇ ਆਪ ਨੂੰ ਦੇਖੋ, ਸਾਡੇ ਵਾਸਤੇ ਕਿਹਾ ਗਿਆ ਆ। ਦੇਖੋ ਆਪਣੇ ਆਪ ਨੂੰ, ਕਿੱਥੇ ਖੜੇ ਹੋ। ਇੱਥੇ ਬਚਨ ਆਇਆ, ਮਹਾਰਾਜ ਬਿਆਨ ਕਰਦੇ, ਕੰਠ ਲਗਾਏ ਲੀਏ ਜਨੇ ਆਪਣੇ। ਜੇ ਕਿਤੇ ਕੁਝ ਗੁਣ, ਕੁਝ ਵਡਿਆਈ, ਕੁਝ ਖੂਬੀ ਦਿਸਦੀ ਵੀ ਏ ਤੇ ਬਾਬਾ ਜੀ ਕਹਿੰਦੇ ਮੇਰੀ ਨਹੀਂ ਗੀ, ਅਸਲ 'ਚ ਉਹਨੇ ਕੰਠ ਲਾ ਲਿਆ, ਮੈਨੂੰ ਗੱਲ ਲਾ ਲਿਆ। ਇਹ 'ਚ ਦੋ ਸਿੱਖਿਆਵਾਂ ਸਿੱਧੇ ਤੌਰ ਤੇ ਮਿਲ ਰਹੀਆਂ ਨੇ। ਇੱਕ ਤੇ ਇਹ, ਘਰਾਂ ਥਾਵਾਂ ਦੇ ਵਿੱਚ ਕਮੀਆਂ ਰਹਿਣਗੀਆਂ, ਸਾਡੇ ਵਿੱਚ ਵੀ, ਸਾਡੇ ਨਾਲ ਦਿਆਂ ਵਿੱਚ ਵੀ, ਸਾਡੇ ਜਿਹੜਾ ਹੈਗਾ ਪਾਰਟਨਰ ਵਿੱਚ ਵੀ, ਕੰਪੈਨੀਅਨ ਵਿੱਚ ਵੀ, ਸਾਡੇ ਆਫ ਸਪਰਿੰਗ ਜਿਹੜੇ ਨੇ, ਸਾਡੇ ਸਿਬਲਿੰਗ, ਸਾਰਿਆਂ ਵਿੱਚ ਰਹਿਣਗੀਆਂ। ਪਰ ਇਹ ਥੋੜਾ ਆ ਵੀ ਤੁਸੀਂ ਉਹਨੂੰ ਕੰਠ ਨਹੀਂ ਲਾਓਗੇ, ਤੁਸੀਂ ਜਿਹੜਾ ਆ ਤੁਸੀਂ ਲਾਈਨਾਂ ਖਿੱਚ ਦਿਓਗੇ। ਐਵੇਂ ਕਿਵੇਂ ਹੋ ਸਕਦਾ ਹੈ? ਇਹ ਤੇ ਭਾਈ ਇਕੱਠਾ ਮਿਕਸਚਰ ਹੀ ਹੋਣਾ। ਜੇ ਕਰਤਾਰ ਐਵੇਂ ਕਹਿ ਦੇ ਕਿ ਮੈਂ ਬੜਾ ਉੱਚਾ ਆ, ਰੱਬ ਕਹੇ ਮੈਂ ਬਿਲਕੁਲ ਉੱਚਾ ਸੁੱਚਾ ਆ, ਤੇ ਉੱਚੇ ਸੁੱਚੇ ਨੇ ਮੇਰੇ ਤੱਕ ਪਹੁੰਚਣਾ ਆ, ਫਿਰ ਤੇ ਕੋਈ ਵੀ ਨਹੀਂ ਪਹੁੰਚ ਸਕੇਗਾ। ਮਤਲਬ ਉਹ ਇਤਨਾ ਪਾਵਨ ਸੀ, ਇੰਨੇ ਪਤਿਤ, ਪੌੜੀ ਕਿਵੇਂ ਲੱਗੇਗੀ? ਜੇ ਉਹ ਕੰਠ ਲਾ ਰਿਹਾ ਆ, ਮਾੜਿਆਂ ਨੂੰ ਵੀ ਆਪਣੇ ਗੱਲ ਲਾ ਰਿਹਾ ਹੈ। ਮੈਂ ਜੇ ਹੁਣੇ ਬਾਤ ਕੀਤੀ ਸਿੱਖ ਸਰਦਾਰਾਂ ਦੀ, ਉਹ ਸਭ ਰੂਪ ਦੇ ਵਿੱਚ ਐਕਚੁਅਲ ਲੈਵਲ ਤੇ ਕਰਤਾਰ ਦਾ ਤਰਸ ਆ। ਕਮੀਆਂ ਤਾਂ ਉਹਨਾਂ 'ਚ ਵੀ ਹੋਣਗੀਆਂ, ਔਗਣ ਤਾਂ ਉਹਨਾਂ 'ਚ ਵੀ ਹੋਣਗੇ, ਪਰ ਉਹ ਔਗਣ ਉਹਨਾਂ ਦੀ ਪੂਰੀ ਪਰਸਨੈਲਿਟੀ ਦੇ ਉੱਤੇ ਉਸ ਤਰੀਕੇ ਨਾਲ ਓਵਰਲੈਪ ਨਹੀਂ ਕੀਤੇ, ਇਸ ਕਰਕੇ ਕੁਝ ਪ੍ਰਾਪਤ ਕਰ ਸਕੇ ਹੋ। ਇਹ ਕਰਤਾਰ ਨੇ ਤਰਸ ਕੀਤਾ। ਇਨ ਬਿਨ ਪਰਿਵਾਰਾਂ ਥਾਵਾਂ ਦੇ ਵਿੱਚ ਕਮੀਆਂ ਖਾਮੀਆਂ ਰਹਿਣਗੀਆਂ, ਪਰ ਹਾਂ ਉਹਨਾਂ ਦੇ ਵਿੱਚ
ਤੁਸੀਂ ਧਿਆਨ ਗੁਣਾਂ ਵਾਲੇ ਪਾਸੇ ਦਿਓ, ਗੁਣਾਂ ਨੂੰ ਵਡਿਆਓ, ਗੁਣਾਂ ਨੂੰ ਸੰਭਾਲੋ। ਅਲਟੀਮੇਟਲੀ ਕੀ ਹੋਏਗਾ ਪਤਾ ਲੱਗੇਗਾ, ਔਗਣ ਹਾਰ ਰਹੇ ਨੇ, ਗੁਣ ਜਿੱਤ ਰਹੇ ਨੇ। ਇਹ ਐਕਚੁਅਲੀ ਕਰਤਾਰ ਦੀ ਇਹ ਪ੍ਰਾਪਤੀ, ਇਹ ਹੈ ਕੰਠ ਲਾਉਣਾ। ਇੱਥੇ ਸਾਹਿਬ ਨੇ ਬਿਆਨ ਕੀਤਾ, ਕੰਠ ਲਗਾਏ ਲੀਏ ਜਨੇ ਆਪਣੇ ਰਾਮ ਨਾਮ ਉਰ ਧਾਰਿਆ। ਇਸ ਚੀਜ਼ ਨੂੰ ਉਰ ਦੇ ਵਿੱਚ ਧਾਰਨ ਕਰ ਲੈਣਾ, ਹਰ ਵਕਤ ਇਸ ਚੀਜ਼ ਨੂੰ ਕਿਤੇ ਵੀ ਸੱਜੇ ਖੱਬੇ ਨਹੀਂ ਆਉਣ ਦੇਣਾ। ਇਹਦਾ ਸਿਮਰਨ ਹੈ, ਇਹ ਲਗਾਤਾਰ ਕਰਨਾ ਪਏਗਾ ਆਪਾਂ ਨੂੰ। ਅਗਲਾ ਬਚਨ ਲਿਖਿਆ, ਮਾਨ ਮੋਹ ਮਦ ਸਗਲ ਬਿਆਪੀ ਕਰ ਕਿਰਪਾ ਆਪ ਨਿਵਾਰੇ। ਮਾਨ ਮੋਹ ਮਦ ਸਗਲ ਬਿਆਪੀ। ਅਸੀਂ ਜਿੰਨੇ ਕੰਮਕਾਰ ਕਰਦੇ ਆ ਨਾ ਧਰਤੀ ਤੇ, ਉਹਨਾਂ ਦੇ ਵਿੱਚੋਂ ਜਿਹੜੀ ਮਰਤਬੇ ਦੀ ਗੱਲ ਕੀਤੀ ਸੀ, ਉਹਨੂੰ ਸਾਹਿਬ ਨੇ ਕਿਹਾ ਮਾਨ ਮੋਹ ਮਦ ਸਗਲ ਬਿਆਪੀ। ਸਾਰੀ ਦੁਨੀਆ ਜਿਹੜੀ ਹੈ ਇਸ ਮਸਤੀ ਦੇ ਵਿੱਚ, ਇਸ ਮਦ ਵਿੱਚ ਵਿਆਪੀ ਪਈ ਹੈ। ਵੀ ਮਾਨ ਮੋਹ ਇੱਕ ਤਰ੍ਹਾਂ ਦੇ ਨਾਲ ਬੰਦਾ ਆਪਣਾ ਮਾਨ ਮਨੋਵਰ ਲੱਭ ਰਿਹਾ ਸਭ ਚੀਜ਼ਾਂ ਦੇ ਵਿੱਚੋਂ, ਕੋਈ ਵੀ ਚੀਜ਼ ਹੋ ਰਹੀ ਹੈ। ਤੇ ਇਸ ਅਲਾਮਤ ਕਰਕੇ ਹੁੰਦਾ ਹੈ ਕਿ ਵਡਿਆਈ ਵਾਲਾ ਕੰਮ ਤੇ ਇੱਕ ਹੁੰਦਾ ਹੈ, ਨਾ ਵਡਿਆਈ ਵਾਲਾ ਕੰਮ ਜਿਹਦੇ 'ਚ ਬੰਦੇ ਦੀਆਂ ਐਕਸਪੈਕਟੇਸ਼ਨਸ ਮੀਟ ਨਹੀਂ ਕਰਦੀਆਂ, ਉਸ ਲੈਵਲ ਤੇ ਬੰਦੇ ਦਾ ਰੁਤਬਾ ਨਹੀਂ ਵੱਧਦਾ, ਇਹੋ ਜਿਹੀਆਂ 50 ਹੋ ਜਾਂਦੀਆਂ ਨੇ। ਜੇ ਬੰਦਾ ਇੱਕ ਚੀਜ਼ ਨੂੰ, ਜਿਵੇਂ ਬੇਨਤੀ ਕੀਤੀ ਵੀ ਅਸੀਂ ਸੀਕਰ ਹੈਗੇ ਆ ਖੁਸ਼ੀਆਂ ਦੇ, ਜੇ ਅਸੀਂ ਇੱਕ ਖਾਸ ਤਰ੍ਹਾਂ ਦੀ ਖੁਸ਼ੀ ਲੱਭ ਕੇ ਉਹਨੂੰ ਮਨਾਉਣਾ ਚਾਹੁੰਦੇ ਆ, ਉਹ ਤੇ ਖੁਸ਼ੀ ਕਿਤੇ ਮਿਲੇਗੀ ਸਾਲ 'ਚ 2 ਸਾਲ 'ਚ ਇੱਕ ਵਾਰ। ਜਿਹੜੀਆਂ ਜ਼ਿੰਦਗੀ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਹਾਰਾਂ ਸਮਝਦੇ ਹਾਂ, ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਕੀ ਹੈ ਤੇ ਜਿਹਨਾਂ ਨੂੰ ਅਸੀਂ ਐਕਸਪੈਕਟ ਵੀ ਨਹੀਂ ਕਰਦੇ, ਉਹ ਜਿਹੀਆਂ ਚੀਜ਼ਾਂ ਤੇ ਰੋਜ਼ ਹੋਣਗੀਆਂ। ਬੰਦਾ ਤੇ ਅੰਬੈਰਸਮੈਂਟ 'ਚ ਮਰ ਜਾਏਗਾ, ਬੰਦਾ ਤੇ ਫੇਲਿਅਰ ਵੇਖ ਕੇ ਉੱਤੇ ਢਹਿ ਜਾਏਗਾ। ਇਹ ਅਲਾਮਤ ਜਿਹੜੀ ਹੈ ਇਹ ਗਲਤ ਸਟੈਂਡਰਡ ਨਾਲ ਸੈੱਟ ਹੋ ਗਈ ਹੈ। ਗੁਰੂ ਬਾਬਾ ਜੀ ਨੇ ਬਿਆਨ ਕੀਤਾ, ਮਾਨ ਮੋਹ ਮਦ ਸਗਲ ਬਿਆਪੀ। ਸਾਰੀ ਦੁਨੀਆ ਇਸ ਮਾਨ ਮੋਹ ਦੇ ਵਿੱਚ ਵਿਆਪ ਗਈ ਹੈ। ਤੇ ਇਹਦੇ ਨਾਲ ਫਿਰ ਉਹ ਦੇਖੋ, ਨਾ ਤੇ ਕੁਝ ਤਬਦੀਲ ਹੋਣਾ ਸੰਸਾਰ ਦੇ ਵਿੱਚ ਮੇਰੇ ਕਲਪਨ ਨਾਲ, ਮੇਰੇ ਕਰੁਜਨ ਨਾਲ, ਨਾ ਕੁਝ ਬਹੁਤ ਜ਼ਿਆਦਾ ਮੇਰੀ, ਜਿਹਨੂੰ ਸਾਹਿਬ ਨੇ ਕਿਹਾ ਸੀ, ਜਿਹਨੂੰ ਅਸੀਂ ਸ਼ਬਦ ਪੜ੍ਹਦੇ ਨਾ, ਬਹੁਤਾ ਬੋਲਣ ਝੱਖਣ ਹੋਏ। ਬੰਦਾ ਪ੍ਰੇਅਰਸ ਵੀ, ਪ੍ਰਾਰਥਨਾਵਾਂ ਵੀ ਕਰਨ ਲੱਗ ਜੇ, ਮਤਲਬ ਬਹੁਤ ਬੰਦਾ ਧਾਰਮਿਕ ਹੋ ਜੇ ਨਾ, ਬਹੁਤ ਪਾਠ ਕਰੇ ਬੜਾ ਇਸ ਤਰੀਕੇ ਨਾਲ, ਫਿਰ ਅਰਦਾਸਾਂ ਵੀ ਬੜੀਆਂ ਕਰਨ ਲੱਗ ਜਾਂਦਾ ਵੀ ਬਾਬਾ ਬਸ ਹੁਣ ਦੇਖ ਤੇਰੀ ਪੋਥੀ ਪੜ੍ਹਤੀ ਪੂਰੀ, ਤੇਰਾ ਗੁਟਕਾ ਪੂਰਾ ਪੜ੍ਹਤਾ, ਦੇਖ ਤੇਰੇ ਵਾਸਤੇ ਗੁਰਦੁਆਰੇ ਇੰਨੀ ਵਾਰੀ ਆ ਗਿਆ, ਹੁਣ ਬਸ ਕੰਮ ਕਰਦੀ, ਹੁਣ ਦੇਖ ਹੁਣ ਕੰਮ 'ਚ ਕੋਈ ਢਿੱਲ ਨਾ ਰੱਖੀ। ਫਿਰ ਬੰਦਾ ਬਹੁਤਾ ਬੋਲਦਾ, ਬਹੁਤੀਆਂ ਜ਼ਿਆਦਾ ਜਿਹੜਾ ਹੈਗਾ ਉੱਥੇ ਸਿਫਾਰਿਸ਼ਾਂ ਕਰਦਾ। ਤੁਹਾਨੂੰ ਲੱਗਦਾ ਵੀ ਗੱਲ ਤਾਂ ਬਣਨੀ ਚਾਹੀਦੀ ਹੈ, ਤੇ ਬਾਬਾ ਜੀ ਕਹਿੰਦੇ ਕੀ ਕਰ ਰਿਹਾ, ਇਹ ਨਹੀਂ ਹੋਣਾ। ਹੋਣਾ ਤੇ ਉਹੀ ਹੈ ਜੋ ਉਹਦਾ ਲਾ ਆ, ਉਹਦੇ ਮੁਤਾਬਕ। ਇੱਥੇ ਬਚਨ ਆਇਆ, ਮਹਾਰਾਜ ਬਿਆਨ ਕਰਦੇ, ਜਿਹਦੇ ਤੇ ਤਰਸ ਕੀਤਾ ਕਰ ਕਿਰਪਾ ਆਪ ਨਿਵਾਰੇ। ਉਹਨੂੰ ਫਿਰ ਉਹ ਨਿਰਵਿਰਤ ਕਰ ਦਿੰਦਾ ਇਹਦੇ ਤੋਂ, ਉਹਨੂੰ ਮੁਕਤ ਕਰ ਦਿੰਦਾ ਇਸ ਚੀਜ਼ ਤੋਂ। ਅਗਲਾ ਬਚਨ ਹੈ, ਕਹੋ ਨਾਨਕ ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ। ਭੈ ਸਾਗਰ ਤਰਿਆ ਪੂਰਨ ਕਾਜ ਹਮਾਰੇ। ਸਭ ਕਾਰਜ ਹੀ ਪੂਰੇ ਨੇ, ਸਭ ਕਾਰਜ ਹੀ ਪੂਰੇ ਨੇ। ਮਤਲਬ ਕੋਈ ਕਿਸੇ ਖਾਸ ਸਟੈਂਡਰਡ ਦੀਆਂ ਐਕਸਪੈਕਟੇਸ਼ਨਸ ਨੂੰ ਹੀ ਮੀਟ ਕਰਨ ਵਾਸਤੇ ਐਫਰਟ ਪਾਉਣੀ ਛੱਡ ਦਿੱਤੀ ਹੈ। ਆਪਣਾ ਜਿਹੜਾ ਜੀਵਨ ਆ ਉਹਨੂੰ ਕਿਸੇ ਗੁਣਾਤਮਕ ਪੱਖ 'ਚ ਸੁਧਾਰ ਵਾਸਤੇ ਮੈਂ ਚੱਲ ਰਿਹਾ ਵਾਂ। ਬਾਕੀ ਕਰਤਾਰ ਦੀ ਇਬਾਦਤ ਹੈ, ਉਹਦਾ ਤਰਸ ਹੈ, ਜਿੱਥੇ ਲੈ ਕੇ ਜਾਏਗਾ ਉਹਦੇ 'ਚ ਰਾਜ਼ੀ ਰਵਾਂਗਾ। ਇਹ ਜਿਹੜੀ ਹੈ ਇਹ ਆਲਾ ਖੁਸ਼ੀ ਹੈ। ਇਸ ਕਿਸਮ ਦੇ ਮੈਸੇजेस ਦੇ ਨਾਲ ਇਹ ਪਦਾ ਸਾਨੂੰ ਜਿਹੜਾ ਅੱਜ ਨਵਾਜ਼ ਰਿਹਾ ਆ। ਅਗਲੇ ਪਦੇ ਵਿੱਚ ਇਹਦੀ ਰਿਫਲੈਕਸ਼ਨ ਹੋਏਗੀ, ਜਿਹਦੇ ਵਿਚਾਰ ਆਉਂਦੇ ਕੱਲ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ ਹੈ, ਇੱਥੇ ਸਮਾਪਤੀ ਕਰ ਰਹੇ ਹਾਂ। ਉਹਨਾਂ ਕਿਰਸਾਨ ਮਾਈ ਭਾਈ ਲਈ ਫਿਰ ਅਰਦਾਸ ਹੈ ਜੋ ਆਪਣੇ ਹੱਕ ਹਕੂਕ ਲਈ ਲਗਾਤਾਰ ਮਹੀਨਿਆਂ ਤੋਂ ਜੂਝ ਰਹੇ ਨੇ, ਉਹਨਾਂ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ। ਇੰਨੀਆਂ ਕੁ ਬੇਨਤੀਆਂ ਲਈ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।